ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਾਹ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮਿਲਣ ਨਾਲ ਹਾਜ਼ਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी रार साहब जी आनू प्रोग्राम सचो सच विच बहुत शुक्रिया जी रार साहब। अज 13 नवंबर 2020 29 कतक नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਨਦਾਸੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ RCN ਕੇਬਲ ਬੈਲਫਾਈਬ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਹਫਤੇ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਸੋ ਅਸੀਂ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਬਹੁਤ ਹੀ ਵਧੀਆ ਚਾਵਾਂ ਖੁਸ਼ੀਆਂ ਨਾਲ ਗੁਜ਼ਰੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਭਾਰਤੀ ਕਬਜ਼ੇ ਵਾਲੇ ਜਿਹੜੇ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ 240ਵੇਂ ਜਨਮ ਦਿਨ ਨੂੰ ਲੈ ਕੇ ਸਮਾਗਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਔਰ ਜਨਮ ਤਰੀਕਾਂ ਨੂੰ ਲੈ ਕੇ ਭਾਵੇਂ ਇਤਿਹਾਸਕਾਰਾਂ ਦੇ ਵਿੱਚ ਵੱਖਰੇਵੇਂ ਨੇ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਲਗਭਗ 40 ਸਾਲ ਦੇ ਰਾਜਕਾਲ ਦੌਰਾਨ ਪੰਜਾਬ ਦੀ ਧਰਤੀ ਦੇ ਲੋਕਾਂ ਨੇ ਆਪਸੀ ਅਮਨ ਅਮਾਨ ਵਿੱਚ ਰਹਿੰਦਿਆਂ ਖੁਸ਼ਹਾਲੀ ਦਾ ਜਿਹੜਾ ਦੌਰਾ ਉਹ ਦੇਖਿਆ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬੀਆਂ ਵੱਲੋਂ ਹੀ ਜਿਹੜੇ ਸ਼ੇਰੇ ਪੰਜਾਬ ਦੇ ਲਕਬ ਨਾਲ ਜਿਹੜਾ ਨਵਾਜਿਆ ਜਾਂਦਾ ਹੈ। ਸੋ ਅੱਜ ਅਸੀਂ ਇਸ ਵਿਸ਼ੇ ਤੇ ਅਤੇ ਸਿੱਖ ਕੌਮ ਦੀ ਜਿਹੜੀ ਭਾਰਤੀ ਰਾਜਤੰਤਰ ਵਿੱਚ ਹੋ ਰਹੀ ਦੁਰਦਸ਼ਾ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਬੇਸ਼ੱਕ ਨਾ ਤਾਂ ਸਾਡਾ ਬਾਦਸ਼ਾਹਤ ਮੋਨਾਰਕੀ 'ਚ ਯਕੀਨ ਹੈ ਜੀ ਨਾ ਹੀ ਅਸੀਂ ਸਮਝਦੇ ਹਾਂ ਕਿ ਜਦੋਂ ਤੁਸੀਂ ਮੌਜੂਦਾ ਦੌਰ 21ਵੀਂ ਸਦੀ ਦੀ ਗੱਲ ਕਰ ਰਹੇ ਹੋ ਤੇ ਬਾਰ-ਬਾਰ ਬੀਤੇ ਦੇ ਇਤਿਹਾਸ ਦੇ ਉਹਨਾਂ ਚੈਪਟਰਸ ਦੀ ਗੱਲ ਕਰਨਾ ਬਹੁਤਿਆਂ ਨੂੰ ਲੱਗਦਾ ਹੋਵੇਗਾ ਕਿ ਭਾਈ ਇਹ ਰੈਪੀਟੀਸ਼ਨ ਹੈ ਜੀ ਪਰ ਹੁੰਦਾ ਇਹ ਹੈ ਕਿ ਜਦੋਂ ਤੁਸੀਂ ਦੁੱਖ ਦੀਆਂ ਘੜੀਆਂ 'ਚੋਂ ਲੰਘਦੇ ਹੋ ਤੇ ਫਿਰ ਭਾਵੇਂ ਤੁਸੀਂ ਕਈ ਦਹਾਕੇ ਪਹਿਲਾਂ ਜਾਂ ਕਈ ਸਦੀਆਂ ਪਹਿਲਾਂ ਕੌਮਾਂ ਦੀ ਜ਼ਿੰਦਗੀ 'ਚ ਸਦੀਆਂ ਦੀ ਗੱਲ ਹੁੰਦੀ ਹੈ ਔਰ ਆਮ ਰੋਜ਼ਾਨਾ ਜ਼ਿੰਦਗੀ 'ਚ ਆਮ ਇਨਸਾਨ ਆਪਣੀ ਜ਼ਿੰਦਗੀ ਨੂੰ ਹੀ ਯਾਦ ਕਰਦਾ ਹੈ ਕਿ ਉਦੋਂ ਕਿੰਨੇ ਸੁੱਖ ਦੇ ਦਿਨ ਸੀ ਔਰ ਅੱਜ ਅਸੀਂ ਕਿਸ ਚੋਂ ਗੁਜ਼ਰ ਰਹੇ ਹਾਂ। ਇਹੀ ਕਾਰਨ ਹੈ ਕਿ ਜਦੋਂ ਅਸੀਂ ਅੱਜ ਇਹ ਗੱਲਬਾਤ ਕਰ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਅੱਡ-ਅੱਡ ਸੁਸਾਇਟੀਆਂ ਵੱਲੋਂ ਸਰਕਾਰੀ ਲੈਵਲ ਤੇ ਵੀ ਮਨਾਇਆ ਜਾ ਰਿਹਾ। ਹਾਲਾਂਕਿ ਇਸ ਦੇ ਬਾਰੇ ਜਿਹੜੇ ਨੇ ਕਾਫੀ ਕਰੰਟ ਪੀਰੀਅਡ 'ਚ ਮੈਂ ਦੇਖ ਰਿਹਾ ਕਿ ਵੀ ਕਾਫੀ ਇਖਤਲਾਫਾਤ ਪੈਦਾ ਕਰ ਦਿੱਤੇ ਗਏ ਨੇ ਜਾਂ ਨੇ ਕਿਉਂਕਿ ਮੁੱਢਲੇ ਤੌਰ ਤੇ ਜਨਮ ਦਿਨ ਦੇ ਉੱਤੇ ਕਦੇ ਬਹੁਤਾ ਫੋਕਸ ਵੀ ਨਹੀਂ ਸੀ ਹੁੰਦਾ। ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਯਾਦ ਹੈ 29 ਜੂਨ ਜਦੋਂ ਕਿ ਉਹ ਇਸ ਸੰਸਾਰ ਤੋਂ ਕੂਚ ਕੀਤੇ 1839 ਦੇ ਵਿੱਚ ਜਿਸ ਨੂੰ ਬਰਸੀ ਮਹਾਰਾਜਾ ਰਣਜੀਤ ਸਿੰਘ ਕਿਹਾ ਜਾਂਦਾ ਹੈ ਉਹ ਸ਼ੇਰੇ ਪੰਜਾਬ ਜਿਹੜਾ ਲਕਬ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਲੋਕਾਂ ਵੱਲੋਂ ਦਿੱਤਾ ਗਿਆ ਕੋਈ ਟਾਈਟਲ ਨਹੀਂ ਸੀ ਬਣਾਇਆ ਹੋਇਆ। ਬਹਾਦਰੀ ਦਾ ਵੀ ਉਹ ਚਿੰਨ੍ਹ ਸਨ ਔਰ ਇਨਸਾਫ ਅਦਲ ਔਰ ਉਸ ਪੀਰੀਅਡ 'ਚ ਜਿਹੜੀ ਹਾਰਮੋਨੀ ਪੰਜਾਬ ਦੇ ਵਿੱਚ ਔਰ ਉਸ ਸਾਰੇ ਖਿੱਤੇ ਦੇ ਵਿੱਚ ਰਹੀ ਉਸ ਨੇ ਉਹਨਾਂ ਨੂੰ ਇੱਕ ਨਿਆਂਕਾਰੀ ਇਨਸਾਫ ਪਸੰਦ ਜਿਹੜਾ ਹੈ ਉਹ ਰੂਲਰ ਦੇ ਤੌਰ ਤੇ ਉਹਨਾਂ ਨੂੰ ਐਸਟੈਬਲਿਸ਼ ਕੀਤਾ। ਉਹਨਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਪਰ ਕਿਉਂਕਿ ਉਹ 29 ਜੂਨ 1839 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਲਾਹੌਰ ਦੇ ਅੰਦਰ ਔਰ ਉਹਨਾਂ ਦੀ ਜਿਹੜੀ ਸਮਾਧੀ ਹੈ ਮਹਾਰਾਜਾ ਰਣਜੀਤ ਸਿੰਘ ਜਿਹਨੂੰ ਕਿਹਾ ਜਾਂਦਾ ਹੈ
ਉਹ ਸ਼ਾਹੀ ਕਿਲੇ ਦੇ ਬਿਲਕੁਲ ਸਾਹਮਣੇ ਹੈ। ਜੀ ਔਰ ਇਸ ਨੂੰ ਜਿਹੜਾ ਹੈ ਇਸ ਦਿਨ ਨੂੰ 29 ਜੂਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਭਾਰਤ ਚੋਂ ਵੀ ਜਥੇ ਜਾਂਦੇ ਨੇ, ਦੁਨੀਆ ਭਰ ਚੋਂ ਵੀ। ਔਰ ਇਹ ਰਵਾਇਤ ਪਿਛਲੇ 72-73 ਸਾਲ ਤੋਂ, ਸ਼ਾਇਦ ਉਸ ਤੋਂ ਪਹਿਲਾਂ ਵੀ ਹੋਏ, ਜਿਹੜੀ ਉਸ ਤੋਂ ਬਾਅਦ ਕਾਇਮ ਰਹੀ, ਕਿਉਂਕਿ ਇਸ ਦੇ ਵਿੱਚ ਕਿਸੇ ਇੱਕ ਕਿੰਗ ਦੀ ਸੈਲੀਬ੍ਰੇਸ਼ਨ ਨਹੀਂ ਹੈ। ਰਾਦਰ ਜਿਵੇਂ ਅਕਸਰ ਮੈਂ ਜ਼ਿਕਰ ਕਰਦਾ ਕਿ ਪਾਕਿਸਤਾਨ ਦੇ ਲੋਕ ਖੁਸ਼ਕਿਸਮਤ ਨੇ ਕਿ ਉਹਨਾਂ ਨੂੰ ਕਾਇਦੇ ਆਜ਼ਮ ਦੇ ਰੂਪ ਦੇ ਵਿੱਚ ਇੱਕ ਸਿਆਣਾ ਮੈਨ ਆਫ ਇੰਟੈਗ੍ਰਿਟੀ ਮਿਲਿਆ ਜੀ ਔਰ ਉਹਨਾਂ ਨੇ ਪਾਕਿਸਤਾਨ ਮੁਲਕ ਜਿਹੜਾ ਹੈ ਉਹ ਸਿਰਜਿਆ। ਬਿਲਕੁਲ। ਦੂਸਰੇ ਪਾਸੇ ਸਿੱਖ ਕੌਮ ਜਿਹੜੀ 1849 ਤੱਕ, ਜਦੋਂ ਕਿ ਪੰਜਾਬ ਜਾਂ ਸਰਕਾਰੇ ਖਾਲਸਾ ਜੀ ਉਹ ਜਿਹੜਾ ਅਫੀਸ਼ੀਅਲ ਨਾਮ ਸੀ, ਲੋਕਾਂ 'ਚ ਜ਼ਿਆਦਾ ਪਪੂਲਰ ਜਾਂ ਹਿਸਟੋਰੀਅਨਸ ਲਾਹੌਰ ਦਰਬਾਰ ਸੀ, ਉਸ ਨੂੰ ਅੰਗਰੇਜ਼ਾਂ ਨੇ ਕਿਵੇਂ ਜਿਹੜਾ ਉਹ ਧੋਖੇ ਦੇ ਨਾਲ ਡੋਗਰਿਆਂ ਦੀਆਂ ਸਾਜ਼ਿਸ਼ਾਂ, ਮਿਸ਼ਰਾਂ ਦੀਆਂ ਸਾਜ਼ਿਸ਼ਾਂ, ਇਹ ਵੀ ਇੱਕ ਵੱਡਾ ਦੁਖਦ ਚੈਪਟਰ ਹੈ। ਪਰ ਸਾਡੀ ਸੋਵਰਨਿਟੀ ਜਾਂ ਸਾਡੀ ਆਜ਼ਾਦੀ ਜਾਂ ਲਿਬਰਟੀ ਦਾ ਐਂਡ ਜਿਹੜਾ 1849 ਚ ਹੋਇਆ, 98 ਸਾਲ ਬਾਅਦ ਸਾਨੂੰ ਇੱਕ ਮੌਕਾ ਮਿਲਿਆ ਕਿ ਅਸੀਂ ਆਪਣੀ ਸੋਵਰਨਿਟੀ ਨੂੰ ਰੀਐਸਟੈਬਲਿਸ਼ ਕਰੀਏ। ਅਲੱਗ ਸਿੱਖ ਸਟੇਟ ਦੀ ਗੱਲ, ਜਿਸ ਨੂੰ ਸਾਡੀ ਅਹਿਮਕ ਲੀਡਰਸ਼ਿਪ ਨੇ ਉਸ ਮੌਕੇ ਨੂੰ ਨਾ ਸਮਝਿਆ ਤੇ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਚੋਂ ਨਿਕਲ ਕੇ ਜਿਹੜਾ ਹੈ ਉਹ ਬ੍ਰਾਹਮਣਵਾਦੀਆਂ ਦੀ ਗੁਲਾਮੀ ਚ ਆਏ। ਕ੍ਰਿਮੀਨਲ ਟ੍ਰਾਈਬ ਇਹਨਾਂ ਨੇ ਸਾਨੂੰ 10 ਅਕਤੂਬਰ 1948 ਨੂੰ ਹੀ ਐਲਾਨ ਦਿੱਤਾ। ਔਰ ਇਹ ਸਾਡਾ ਗੁਲਾਮੀ ਦਾ ਸਫ਼ਰ, ਜਿਸ ਨੂੰ ਬੇਸ਼ੱਕ ਅਸੀਂ ਚੈਲੰਜ ਕਰ ਰਹੇ ਹਾਂ ਪਿਛਲੀਆਂ 4 ਦਹਾਈਆਂ ਤੋਂ, ਇੱਕ ਤੋਂ ਬਾਅਦ ਇੱਕ ਘੱਲੂਘਾਰਾ ਸਾਡੇ ਤੇ ਵਪਰਾਇਆ ਜਾਂਦਾ ਹੈ, ਲੇਕਿਨ ਇਹਦੇ ਬਾਵਜੂਦ ਖਾਲਿਸਤਾਨ ਦਾ ਪਰਚਮ ਜਿਨ੍ਹਾਂ ਯੋਧਿਆਂ ਨੇ ਆਪਣੇ ਖੂਨ ਦੇ ਨਾਲ ਜਿਸ ਦਾ ਰੰਗ ਕੇਸਰੀ ਬਣਾਇਆ, ਉਸ ਨੂੰ ਜਿਹੜਾ ਫਿਜ਼ਾ ਦੇ ਵਿੱਚ ਝੁਲਾਉਣ ਵਾਲੇ ਅੱਜ ਵੀ ਭਾਵੇਂ ਉਹ ਜੇਲ੍ਹਾਂ 'ਚ ਬੈਠੇ ਨੇ, ਉਹਦਾ ਗਰਾਊਂਡ ਲੜ ਰਹੇ ਨੇ। ਬੇਸ਼ੱਕ ਫਾਰਮਸ ਬਦਲਦੀਆਂ। ਅੱਜ ਜੇ ਅਸੀਂ ਪੰਜਾਬ ਦੇ ਕਿਸਾਨਾਂ ਦੇ ਹਵਾਲੇ ਦੇ ਨਾਲ ਵੀ ਗੱਲ ਕਰੀਏ ਤੇ ਉਸੇ ਹੀ ਧਰਤੀ ਦੇ ਪੁੱਤਰ ਨੇ, ਕਿਉਂਕਿ ਇਹ ਜਦੋਂ ਤੁਸੀਂ ਤੁਹਾਡੀ ਕਿਸਮਤ ਦਾ ਫੈਸਲਾ ਕਰਨ ਦਾ ਹੱਕ ਕਿਸੇ ਹੋਰ ਕੋਲ ਹੁੰਦਾ ਹੈ, ਫਿਰ ਤੁਸੀਂ ਆਰਥਿਕ ਤੌਰ ਤੇ ਵੀ ਮੰਦਹਾਲੀ ਦਾ ਸ਼ਿਕਾਰ ਹੁੰਦੇ ਹੋ, ਮਜ਼ਹਬੀ ਤੌਰ ਦੇ ਉੱਤੇ ਤੁਹਾਡੇ ਤੇ ਪਾਬੰਦੀਆਂ ਆਇਤ ਹੁੰਦੀਆਂ, ਤੁਹਾਡੇ 'ਚੋਂ ਫਖਰ ਜਾਂ ਪ੍ਰਾਈਡ ਨਹੀਂ ਰਹਿੰਦਾ। ਤੁਸੀਂ ਉਸ ਜਿਨ੍ਹਾਂ ਦੀ ਹਕੂਮਤ ਹੈ ਉਹਨਾਂ ਦੇ ਜਿਹੜਾ ਮਰਸੀ ਦੇ ਉੱਤੇ ਹੁੰਦੇ ਹੋ, ਰਹਿਮੋ ਕਰਮ ਤੇ ਹੁੰਦੇ ਹੋ। ਜਿਹੜਾ ਪਾਰਟ ਅਸੀਂ ਲਗਾਤਾਰਤਾ ਦੇ ਨਾਲ ਭਾਰਤ ਦੇ ਵਿੱਚ ਦੇਖ ਰਹੇ ਹਾਂ। ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਤਾਂ ਇਹ ਜ਼ਾਹਰ ਹੈ ਕਿ ਡੇਟਾ ਦਾ, ਜਦੋਂ ਮੈਂ ਕਿਹਾ ਕਿ ਵਖਰੇਵਾਂ ਹਾਲਾਂ ਜੋ ਅਸੀਂ ਪੜ੍ਹਿਆ ਜਾਂ ਜਿਸ ਸਾਰੇ ਅੱਜ ਵੀ ਗੁਜਰਾਂਵਾਲੇ, ਜਿੱਥੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੁੰਦਾ ਹੈ, ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਹੈ ਜਿੱਥੇ ਉਹਨਾਂ ਦਾ ਜਨਮ ਹੋਇਆ, ਉਸ ਦੇ ਬਾਅਦ ਜਿਹੜੀ ਸਿੱਲ ਲੱਗੀ ਹੋਈ ਹੈ, ਇਸ ਨੂੰ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਜੇ ਆਬਸਟਨ ਨੇ 1891 ਦੇ ਵਿੱਚ, ਕਿਉਂਕਿ 1849 ਚ ਪੰਜਾਬ ਅੰਗਰੇਜ਼ੀ ਰਾਜ ਦਾ ਹਿੱਸਾ ਬਣਿਆ, 1891 ਚ ਗੁਜਰਾਂਵਾਲੇ ਦੇ ਡਿਪਟੀ ਕਮਿਸ਼ਨਰ ਜੇ ਆਬਸਟਨ ਨੇ ਗੁਜਰਾਂਵਾਲੇ ਦੇ ਨਾਮੀ ਸਰਦਾਰਾਂ ਤੇ ਉਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਵੀ ਕੋਈ ਨੋਨ ਰਿਸ਼ਤੇਦਾਰ ਸਨ, ਉਹਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਉਸ ਕਮਰੇ ਦੇ ਬਾਹਰ ਜਿੱਥੇ ਉਹਨਾਂ ਦਾ ਜਨਮ ਹੋਇਆ ਸਿੱਲ ਲਵਾਈ ਸੀ, ਜਿੱਥੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਸੋ ਇਹਦੇ ਚ ਜਿਹੜੀ ਡੇਟ ਦਿੱਤੀ ਹੋਈ ਹੈ ਉਹਨਾਂ ਦੇ ਜਨਮ ਦੀ, ਉਹ 2 ਨਵੰਬਰ 1780 ਹੈ। ਲੇਕਿਨ ਇਹਨੂੰ ਕਿਵੇਂ ਜਾਂ ਕਿਸ ਵੇਲੇ ਉਧਰਲੇ ਹਿਸਟੋਰੀਅਨਸ ਨੇ ਚੈਲੰਜ ਕੀਤਾ, ਇੱਕ ਟ੍ਰੈਡੀਸ਼ਨ ਨੂੰ ਲੈ ਕੇ, ਆਮ ਤੌਰ ਤੇ ਹਰ ਹਾਲਤ 'ਚ ਨਹੀਂ, ਪੰਜਾਬ ਦੇ ਵਿੱਚ ਇੱਕ ਟ੍ਰੈਡੀਸ਼ਨ ਸੀ ਕਿ ਜਦੋਂ ਪਹਿਲਾ ਬੱਚਾ ਹੁੰਦਾ ਸੀ ਤੇ ਜਿਹੜੀ ਬੀਬੀ ਹੈ ਜਿਸ ਨੇ ਜਨਨੇ, ਉਸ ਨੂੰ ਉਹ ਆਪਣੇ ਪੇਕਿਆਂ ਦੇ ਘਰ ਆ ਜਾਂਦੀ ਸੀ। ਔਰ ਇਹਨੂੰ ਹੀ ਆਧਾਰ ਬਣਾ ਕੇ ਬਹੁਤ ਵਾਰੀ ਇਹ ਹੁੰਦਾ ਸੀ ਕਿ ਪਹਿਲਾ ਬੱਚਾ ਨਾਨਕੇ ਹੀ ਪੈਦਾ ਹੁੰਦਾ ਸੀ। ਔਰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜ ਕੌਰ, ਉਹਨਾਂ ਦਾ ਨਾਨਕਾ ਪਿੰਡ ਬਡਰੁੱਖਾਂ ਸੀ, ਜ਼ਿਲ੍ਹਾ ਸੰਗਰੂਰ, ਔਰ ਇਹ ਇੱਕ ਆਇਆ ਕਿ ਜੀ ਨਹੀਂ, ਉਹਨਾਂ ਦਾ ਜਨਮ ਗੁਜਰਾਂਵਾਲੇ ਦਾ ਨਹੀਂ ਹੈ, ਉਹਨਾਂ ਦਾ ਜਨਮ 13 ਨਵੰਬਰ 1776 ਨੂੰ, 4 ਸਾਲ ਉਮਰ ਦਾ ਫਰਕ ਵੀ ਪਾ ਦਿੱਤਾ ਹੈ, 1780 ਦੀ ਬਜਾਏ 1776 ਕਰ ਦਿੱਤਾ ਹੈ, ਔਰ ਉਹਦੇ ਨਾਲ ਨਾਲ ਡੇਟ ਵੀ ਔਰ ਪਲੇਸ ਵੀ। ਹੁਣ ਇਸ ਗੱਲ ਨੂੰ ਇਹਨਾਂ ਨੇ ਜਿਹੜਾ ਫੂਲਕੀਆਂ ਰਾਜਿਆਂ ਨੇ ਕਦੋਂ ਪ੍ਰਮੋਟ ਕੀਤਾ, ਪਰ ਮੈਨੂੰ ਹੈਰਾਨੀ ਹੋਈ ਕਿ ਵੀ ਇਹ ਕੰਟਰੋਵਰਸੀ ਖੜੀ ਕਰ ਦਿੱਤੀ ਗਈ ਹੈ। ਔਰ ਮੈਂ ਸਮਝਦਾ ਕਿ ਗੁਜਰਾਂਵਾਲੇ ਦੇ ਵਿੱਚ ਹੀ ਜਿਹੜਾ, ਕਿਉਂਕਿ ਉੱਥੇ ਹੀ
ਜਨਰਲ ਹਰੀ ਸਿੰਘ ਨਲੂਆ ਜਿਹੜੇ ਕਮਾਂਡਰ ਇਨ ਚੀਫ ਸੀ ਮਹਾਰਾਜਾ ਰਣਜੀਤ ਸਿੰਘ ਦੇ, ਜੀ ਉਹਨਾਂ ਦਾ ਜਨਮ ਵੀ ਗੁਜਰਾਂਵਾਲੇ 'ਚ ਹੈ, ਉੱਥੇ ਉਹਨਾਂ ਦੀ ਹਵੇਲੀ ਹੈ, ਔਰ ਮਹਾਰਾਜਾ ਰਣਜੀਤ ਸਿੰਘ ਦਾ ਵੀ। ਪਰ ਸਾਨੂੰ ਵੀ ਕੋਈ ਗੱਲਬਾਤ ਦਾ ਬਹਾਨਾ ਚਾਹੀਦਾ ਹੈ। ਗੱਲ ਇਹ ਨਹੀਂ ਹੈ ਕਿ ਵੀ ਇਹ ਤਾਂ ਹੁਣ ਹਿਸਟੋਰੀਅਨਸ ਦੇ ਜਾਂ ਦੂਸਰਿਆਂ ਦੇ ਨਿਰਣਾ ਕਰਨ ਦਾ ਫੈਸਲਾ ਔਰ 4 ਸਾਲ ਦਾ ਉਮਰ ਦਾ ਫੈਸਲਾ ਜਿਹੜਾ ਫਰਕ ਹੈ, ਉਹ ਮੈਨੂੰ ਲੱਗਦਾ ਹੈ ਵੀ ਇਹ ਗੁਜਰਾਂਵਾਲੇ ਵਾਲੀ ਗੱਲ ਜ਼ਿਆਦਾ ਠੀਕ ਹੈ, ਕਿਉਂਕਿ ਇਹ ਵੀ ਦੂਸਰਾ ਪਾਰਟ ਆਉਂਦਾ ਹੈ ਕਿ ਉਹ ਜਦੋਂ 18-19 ਸਾਲ ਦੇ ਸਨ, ਸੋ ਜ਼ਾਹਰ ਹੈ ਜੇ ਉਹਨਾਂ ਦਾ ਜਨਮ ਜਿਹੜਾ ਹੈ ਉਹ 1780 ਦਾ ਸੀ, ਤੇ ਉਹ ਪੀਰੀਅਡ ਬਣਦਾ ਹੈ ਜਦੋਂ ਕਿ ਉਹ ਲਾਹੌਰ ਦੇ ਤਖਤ ਤੇ ਬੈਠੇ। ਤੇ ਜੇ ਤੁਸੀਂ ਉਸ ਦੂਸਰੀ ਡੇਟ ਦੇ ਨਾਲ ਜਾਂਦੇ ਹੋ ਤਾਂ ਫਿਰ ਸਾਰਾ ਹੀ ਜਿਹੜਾ ਉਹ ਹਿਸਟੋਰੀਕਲ ਬੈਲੈਂਸ ਹੈ ਉਹ ਖਰਾਬ ਹੁੰਦਾ ਹੈ। ਔਰ ਦਰਸ਼ਕ ਦੇਖ ਵੀ ਸਕਦੇ ਨੇ ਉਸ ਹਵੇਲੀ ਨੂੰ ਵੀ ਜਿੱਥੇ ਗੁਜਰਾਂਵਾਲੇ 'ਚ ਉਹਨਾਂ ਦਾ ਜਨਮ ਹੁੰਦਾ ਹੈ। ਪਰ ਅਸੀਂ ਜਿਵੇਂ ਕਿਹਾ ਕਿ ਅਸੀਂ ਇਸ ਹਵਾਲੇ ਦੇ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਹਾਰਮਨੀ, ਆਪਸੀ ਫਿਰਕੂ ਸਦਭਾਵਨਾ, ਕੌਮਾਂ ਦੀ ਸਾਂਝ ਪੰਜਾਬ ਦੇ ਲੋਕਾਂ ਨੇ, ਔਰ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਕੁੱਲ ਰਾਜ ਦਾ ਰਕਬਾ ਉਹਨਾਂ ਨੇ 40 ਸਾਲ ਰਾਜ ਕੀਤਾ, 40 ਸਾਲ ਲਾਹੌਰ ਦੇ ਉੱਤੇ, ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਦੇ ਆਪਣੇ ਪਿਤਾ ਦੀ, ਉਹਨਾਂ ਦੇ ਦਾਦੇ ਦੀ ਮਿਸਲ ਸ਼ੁਕਰ ਚੱਕੀਆਂ ਸੀ। ਉਹਨਾਂ ਦੇ ਦਾਦਾ ਚੜਤ ਸਿੰਘ, ਉਹਨਾਂ ਦੇ ਪਿਤਾ ਮਹਾਨ ਸਿੰਘ, ਔਰ ਉਹ ਲਗਭਗ 18 ਸਾਲ ਦੇ ਕਰੀਬ ਉਮਰ ਦੇ ਵਿੱਚ 18 ਸਾਲ ਜਿਹੜਾ ਉਹ ਲਾਹੌਰ ਦੇ ਉੱਤੇ ਆ ਕੇ ਕਾਬਜ਼ ਹੁੰਦੇ ਨੇ। ਭੰਗੀ ਸਰਦਾਰਾਂ ਦੇ ਕੋਲ ਸੀ ਲਾਹੌਰ। ਇਹ 3 ਭੰਗੀ ਸਰਦਾਰ ਭਰਾ ਸਨ, ਲਹਿਣਾ ਸਿੰਘ, ਗੁੱਜਰ ਸਿੰਘ, ਸੋਭਾ ਸਿੰਘ। ਸੋ ਇਹਨਾਂ ਤੋਂ ਰਣਜੀਤ ਸਿੰਘ ਨੇ ਜਿਹੜਾ ਹੈ, ਔਰ ਲਾਹੌਰ ਦੇ ਸ਼ਹਿਰੀਆਂ ਨੇ ਉਹਨਾਂ ਨੂੰ ਸੱਦਾ ਦਿੱਤਾ, ਉਹ ਗੁਜਰਾਂਵਾਲੇ ਤੋਂ ਆਏ ਔਰ ਦਰਵਾਜ਼ੇ ਖੋਲ ਦਿੱਤੇ ਗਏ। ਥੋੜੀ ਬਹੁਤ ਲੜਾਈ ਪਸੀਨ ਦੇ ਮੈਦਾਨ ਦੇ ਵਿੱਚ ਹੋਈ, ਲੇਕਿਨ ਇਵੈਂਚੁਅਲੀ ਰਣਜੀਤ ਸਿੰਘ ਲਾਹੌਰ ਦੇ ਉੱਤੇ ਕਾਬਜ਼ ਹੋਏ ਔਰ 1839 ਚ ਉਹ ਇਸ ਦੁਨੀਆ ਤੋਂ ਰੁਖਸਤ ਹੋਏ। ਸੋ ਇਹਨਾਂ 40 ਸਾਲਾਂ ਦੇ ਵਕਤ ਚ ਪੰਜਾਬ ਨੇ ਜਿਹੜਾ ਕਿਸ ਹੱਦ ਤੱਕ ਜੇ ਤਰੱਕੀ ਦੀਆਂ ਬੁਲੰਦੀਆਂ ਕਹਿਣਾ ਹੋਏ ਛੂਹੀਆਂ, ਤੇ ਤੁਸੀਂ ਯੂਰਪੀਅਨ ਹਿਸਟੋਰੀਅਨਸ ਦਾ ਅਕਾਊਂਟ ਦੇਖ ਸਕਦੇ ਹੋ ਕਿ ਕਿਸ ਹੱਦ 'ਚ ਲਾਹੌਰ ਦਰਬਾਰ ਦੀ ਇਕੱਲੀ ਸ਼ਾਨੋ ਸ਼ੌਕਤ ਹੀ ਨਹੀਂ, ਆਮ ਪ੍ਰੋਸਪੈਰਿਟੀ ਵੀ ਲੋਕਾਂ ਦੇ ਵਿੱਚ। ਔਰ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਰਾਜ ਦੇ ਵਿੱਚ 4 ਸੂਬਿਆਂ ਦੇ ਵਿੱਚ ਉਹਨੇ ਆਪਣੇ ਰਾਜ ਨੂੰ ਵੰਡਿਆ। ਕੁੱਲ ਰਕਬਾ ਜਿਹੜਾ 1.5 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ ਦੀ ਜਿਹੜੀ ਹੈ ਸਲਤਨਤ ਸੀ ਉਹਨਾਂ ਦੀ, ਔਰ ਉਸ ਦੇ ਵਿੱਚ 4 ਸੂਬੇ ਸਨ, ਲਾਹੌਰ, ਪੇਸ਼ਾਵਰ, ਮੁਲਤਾਨ ਔਰ ਕਸ਼ਮੀਰ। ਔਰ ਜੇ ਤੁਸੀਂ ਅੱਜ ਵੀ ਇਹ ਦੇਖੋ, ਇਸ 'ਚ ਅੱਜ ਦੇ ਪਾਕਿਸਤਾਨ ਦਾ ਵੱਡਾ ਹਿੱਸਾ, ਉਸ ਦੇ ਨਾਲ ਨਾਲ ਇਧਰ ਤੁਸੀਂ ਸਤਲੁਜ ਤੱਕ ਅੱਜ ਦਾ ਮਾਝਾ ਦੁਆਬਾ ਭਾਰਤੀ ਕਬਜ਼ੇ ਵਾਲਾ, ਔਰ ਇਧਰ ਜੰਮੂ ਕਸ਼ਮੀਰ ਦੀ ਸਾਰੀ ਰਿਆਸਤ ਜਿਸ ਦੇ 'ਚ ਲਦਾਖ ਵੀ ਸ਼ਾਮਲ ਹੈ, ਔਰ ਤਿੱਬਤ ਤੱਕ ਇਹ ਸਾਰੀ ਹੱਦ, ਔਰ ਉਧਰੋਂ ਸਿੰਧ ਦੇ ਨਾਲ ਸ਼ਿਕਾਰਪੁਰ ਤੱਕ, ਕਿਉਂਕਿ ਸਿੰਧ ਜਿਹੜਾ ਉਹ ਨਹੀਂ ਸੀ ਅੰਗਰੇਜ਼ਾਂ ਨੇ ਲੈਣ ਦਿੱਤਾ, ਇਸ ਕਰਕੇ ਕਿ ਜਿਹੜੀ 1809 ਦੀ ਅੰਮ੍ਰਿਤਸਰ ਦੀ ਟ੍ਰੀਟੀ ਹੋਈ ਸੀ, ਉਹਦੇ ਥੱਲੇ ਸਤਲੁਜ ਦਰਿਆ ਦੋਨਾਂ ਅੰਗਰੇਜ਼ਾਂ ਦੇ ਔਰ ਸਿੱਖ ਰਿਆਸਤਾਂ ਦਾ ਹੱਦ ਮੰਨਿਆ ਗਿਆ ਸੀ, ਔਰ ਉਹਨੂੰ ਉਹ ਕ੍ਰਾਸ ਨਹੀਂ ਸੀ ਕਰ ਸਕਦਾ। ਔਰ ਸਿੰਧ ਜਿਹੜਾ ਉਹ ਸਤਲੁਜ ਦੇ ਦੂਸਰੇ ਪਾਸੇ। ਜਿਹੜੇ ਪੰਜਾਬੀ ਦੇ ਸ਼ਾਇਰ ਅਕਸਰ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਸ਼ਾਹ ਮੁਹੰਮਦ, ਜਿਨ੍ਹਾਂ ਨੇ ਜੰਗਨਾਮਾ ਸਿੰਘਾਂ ਫਰੰਗੀਆਂ, ਜਿਹਦਾ ਓਰੀਜਨਲ ਨਾਂ ਜੰਗ ਹਿੰਦ ਪੰਜਾਬ ਸੀ, ਉਹ ਲਿਖਿਆ। ਮੈਂ ਉਹਨਾਂ ਦੇ ਉਸ ਕਪਲੇਟ ਤੋਂ ਗੱਲ ਸ਼ੁਰੂ ਕਰਾਂਗਾ ਕਿ ਉਹਨਾਂ ਨੇ ਇੱਕ ਮੁਸਲਮਾਨ ਪੰਜਾਬੀ, ਇਹ ਮਜੀਠੇ, ਵਡਾਲਾ, ਇਹ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਇਸ ਖਿੱਤੇ ਦੇ ਵਿੱਚ, ਔਰ ਕਿਵੇਂ ਉਹਨਾਂ ਨੇ ਉਸ ਰਾਜ ਨੂੰ ਕਿਸ ਫਖਰ ਦੇ ਨਾਲ ਲਿਆ, ਇਹ ਆਪਣੇ ਆਪ ਦੇ ਵਿੱਚ ਇੱਕ ਟੈਸਟੀਮਨੀ ਹੁੰਦੀ। ਕਹਿਣ ਨੂੰ ਅਸੀਂ ਸਿੱਖ ਰਾਜ ਕਹਿੰਦੇ ਆ ਜਾਂ ਸਰਕਾਰੇ ਖਾਲਸਾ ਜੀ ਹੋਏ, ਪਰ ਕਿਵੇਂ ਹਰ ਪੰਜਾਬੀ, ਜ਼ਾਹਰ ਹੈ ਵੀ ਉਸ ਰਾਜ ਦੇ ਵਿੱਚ ਵੀ ਮੁਸਲਮਾਨ ਮੈਜੋਰਿਟੀ ਦੇ ਵਿੱਚ ਸਨ, ਸਿੱਖਾਂ ਦੀ ਆਬਾਦੀ ਤਾਂ 10% ਤੋਂ ਵੀ ਜ਼ਿਆਦਾ ਨਹੀਂ ਹੋਏਗੀ ਸਾਰੇ ਰਾਜ, ਪਰ ਇਹਦੇ ਬਾਵਜੂਦ ਇੱਕ ਪੰਜਾਬੀ ਮੁਸਲਮਾਨ ਜਿਹੜੇ ਇੱਕ ਸ਼ਾਇਰ ਇੱਕ ਕੀਰਨੇ ਪਾ ਰਹੇ ਨੇ ਉਸ ਰਾਜ ਦੇ ਜਾਣ ਤੇ। ਪਹਿਲਾਂ ਉਹਨਾਂ ਨੇ ਕੀ ਟ੍ਰਿਬਿਊਟ ਦਿੱਤੀ ਮਹਾਰਾਜਾ ਰਣਜੀਤ ਸਿੰਘ ਨੂੰ, ਇਹ ਸ਼ਾਹ ਮੁਹੰਮਦ ਦੇ ਲਫ਼ਜ਼ਾਂ 'ਚ ਹੀ, ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ, ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ, ਕੋਟ ਨਿਵਾਏ ਗਿਆ, ਹੋਰ ਦੇਸ਼ ਲਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਏ ਗਿਆ, ਸ਼ਾਹ ਮੁਹੰਮਦਾ ਜਾਣ 50 ਬਰਸਾਂ
ਅੱਛਾ ਰੱਜ ਕੇ ਰਾਜ ਕਮਾਏ ਗਏ। ਹੁਣ ਸ਼ਾਹ ਮੁਹੰਮਦ ਨੇ ਇਹਦੇ ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਹੱਦਾਂ ਬਿਆਨ ਕਰ ਦਿੱਤੀਆਂ ਨੇ। ਜੀ ਔਰ ਇਹ ਮਹਾਬਲੀ ਜਦੋਂ ਅਸੀਂ ਕਹਿੰਦੇ ਹਾਂ ਸੁਪਰ ਨੈਚੁਰਲ ਚ ਆ ਜਾਂਦਾ ਹੈ ਕਿ ਇੱਕ ਬਲਵਾਨ ਹੈ, ਇੱਕ ਮਹਾਬਲੀ ਹੈ। ਔਰ ਇਹ ਹਮੇਸ਼ਾ ਰੱਬ ਦੀ ਰਹਿਮਤ ਨਾਲ ਹੁੰਦਾ ਹੈ ਜਦੋਂ ਕਿਸੇ ਨੂੰ ਇਸ ਕਦਰ ਸ਼ੌਹਰਤ ਮਿਲਦੀ ਹੈ, ਤਾਕਤ ਮਿਲਦੀ ਹੈ। ਔਰ ਉਹਨੂੰ ਕਿਸੇ ਨੇ ਵੋਟਾਂ ਦੇ ਨਾਲ ਬਾਦਸ਼ਾਹ ਨਹੀਂ ਬਣਾਇਆ ਜਾਂ ਹਾਕਮ ਨਹੀਂ ਬਣਾਇਆ, ਨਾਲ ਜ਼ੋਰ ਦੇ ਮੁਲਕ ਹਿਲਾਏ ਗਏ। ਔਰ ਉਹਨੇ ਜਿਵੇਂ ਤਾਕਤ ਦੇ ਨਾਲ, ਔਰ ਉਹ ਤਾਕਤ ਵੀ, ਔਰ ਅਸੀਂ ਕੁਝ ਜਿਹੜੇ ਯੂਰਪੀਅਨ ਹਿਸਟੋਰੀਅਨਸ ਨੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਕੀ ਓਪੀਨੀਅਨ ਦਿੱਤਾ ਹੈ ਉਸ ਦਾ ਵੀ ਜ਼ਿਕਰ ਕਰਾਂਗੇ, ਕਿਉਂਕਿ ਅਸੀਂ ਸਿੱਖ ਪਰਸਪੈਕਟਿਵ ਤੋਂ ਤਾਂ ਦੇਖਦੇ ਹਾਂ ਬਹੁਤ ਸਾਰੇ ਸਿੱਖ ਹਿਸਟੋਰੀਅਨਸ ਨੇ ਬੀਤੇ ਚ ਵੀ ਅੱਜ ਚ ਵੀ ਉਹਨਾਂ ਦੇ ਬਾਰੇ ਲਿਖਿਆ ਹੈ। ਔਰ ਇਸ ਸਾਰੇ ਦੇ ਵਿੱਚ ਕਿਵੇਂ ਪੰਜਾਬ ਦੇ ਵਿੱਚ ਇੱਕ ਹਾਰਮਨੀ ਸੀ, ਇਸੇ ਸ਼ਾਹ ਮੁਹੰਮਦ ਦੇ ਜੰਗਨਾਮੇ ਚੋਂ ਮੈਂ ਕੁਝ ਸਤਰਾਂ ਕੱਢੀਆਂ ਨੇ ਜਿਹੜੀਆਂ ਦੱਸਦੀਆਂ ਕਿ ਕਿਵੇਂ ਉਸ ਸਾਂਝ ਦਾ ਪ੍ਰਾਈਡ ਹੈ ਸ਼ਾਹ ਮੁਹੰਮਦ ਨੂੰ, ਜਦੋਂ ਕਹਿੰਦੇ ਨੇ ਮੁੱਠ ਮੀਟੀ ਸੀ ਦੇਸ਼ ਪੰਜਾਬ ਦੀ ਜੀ, ਇਹਨਾਂ ਖੋਲ ਦਿੱਤਾ ਅੱਜ ਪਾਜ ਯਾਰੋ। ਇਹ ਪਹਿਲੀ ਜਿਹੜੀ ਸਿੱਖਾਂ ਅੰਗਰੇਜ਼ਾਂ ਦੀ ਜੰਗ ਹੈ ਉਸ ਦੇ ਵਿੱਚ ਜਿਹੜੀ ਦੁਰਦਸ਼ਾ ਹੋਈ ਹੈ, ਉਸ ਤੋਂ ਬਾਅਦ ਉਸ ਦੇ ਉੱਤੇ, ਕਿਉਂਕਿ ਉਹ ਪੂਰਾ ਜੰਗਨਾਮਾ ਇੱਕ ਪੂਰਾ ਵੋਲਿਊਮ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਮੁੱਠ ਮੀਟੀ ਸੀ ਦੇਸ਼ ਪੰਜਾਬ ਦੀ ਜੀ, ਇਹਨਾਂ ਖੋਲ ਦਿੱਤਾ ਅੱਜ ਪਾਜ ਯਾਰੋ। ਔਰ ਫਿਰ ਇੱਕ ਥਾਂ ਉਹਨਾਂ ਕਿਹਾ ਸ਼ਾਹ ਮੁਹੰਮਦਾ ਲੋਕ ਵਿਰਾਨ ਹੋਏ, ਤੋੜ ਸੁੱਟਿਆ ਮੁਲਕ ਉਜਾੜਿਆ ਨੇ। ਹੁਣ ਜਦੋਂ ਵਿਰਾਨ ਵਸਦੇ ਦੇ ਉਲਟ ਹੈ ਕਿ ਜਦੋਂ ਅੰਗਰੇਜ਼ ਆ ਗਏ ਉਹਨਾਂ ਦੀ ਛਾਉਣੀ ਲਾਹੌਰ ਦੇ ਵਿੱਚ ਪੈ ਗਈ, ਉਹਨਾਂ ਨੇ ਕਿਹਾ ਕਿ ਉਹ ਜਿਹੜੇ ਲੋਕ ਨੇ ਵਿਰਾਨ ਹੋਏ ਨੇ ਔਰ ਮੁਲਕ ਜਿਹੜਾ ਹੈ ਉਹ ਬਿਲਕੁਲ ਉਜਾੜ ਦਿੱਤਾ। ਹੁਣ ਖਾਲਸਾ ਇੱਕ ਸੈਂਟਰਲ ਰੋਲ ਦੇ ਵਿੱਚ ਹੈ, ਜਦੋਂ ਕਿ ਹਿੰਦੂ ਔਰ ਮੁਸਲਮਾਨ ਜ਼ਾਹਰ ਹੈ ਵੱਡੀ ਪੋਪੂਲੇਸ਼ਨ ਮੁਸਲਮਾਨਾਂ ਦੀ ਹੈ, ਫਿਰ ਹਿੰਦੂਆਂ ਦੀ ਹੈ, ਤੇ ਕਿਵੇਂ ਖਾਲਸਾ ਰਾਜ ਇੱਕ ਬੈਲੈਂਸ ਸੀ ਇਹਨਾਂ ਦੋਨਾਂ ਕੌਮਾਂ ਦੇ ਵਿੱਚ। ਸ਼ਾਹ ਮੁਹੰਮਦ ਕਹਿੰਦੇ ਨੇ ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ, ਉਹਨਾਂ ਨਾਲ ਨਾ ਕਿਸੇ ਦਾ ਵਾਸਤਾ ਹੀ, ਕਿ ਇਸ ਰਾਜ ਦੇ ਥੱਲੇ ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ, ਹਿੰਦੂਆਂ ਤੇ ਮੁਸਲਮਾਨਾਂ ਦੀ ਇੱਕ ਹਾਰਮਨੀ ਹੈ, ਇੱਕ ਸਾਂਝ ਹੈ, ਕੋਈ ਹੋਰ ਇਸ ਦੇ ਵਿੱਚ ਨਹੀਂ ਹੈ। ਔਰ ਜਦੋਂ ਅੰਗਰੇਜ਼ ਆ ਜਾਂਦੇ ਨੇ ਫਿਰ ਜਦੋਂ ਇਸ ਜੰਗਨਾਮਾ ਲਿਖਣ ਤੋਂ ਪਹਿਲਾਂ ਉਹ ਸ਼ੁਰੂਆਤ ਹੀ ਇਸ ਨਾਲ ਕਰਦੇ ਨੇ ਕਿ ਇੱਕ ਰੋਜ਼ ਵਡਾਲੇ ਦੇ ਵਿੱਚ ਬੈਠੇ ਚਲੀ ਆਣ ਅੰਗਰੇਜ਼ਾਂ ਦੀ ਬਾਤ ਆਈ, ਸਾਨੂੰ ਆਖਿਆ ਹੀਰੇ ਤੇ ਨੂਰ ਖਾਂ ਨੇ, ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਈ, ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਉੱਤੇ ਆਫਾਤ ਆਈ, ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ, ਕਦੇ ਨਹੀਂ ਸੀ ਤੀਸਰੀ ਜ਼ਾਤ ਆਈ। ਹੁਣ ਇਹ ਵੀ ਸ਼ਾਹ ਮੁਹੰਮਦ ਦੀ ਟ੍ਰਿਬਿਊਟ ਹੈ ਉਸ ਹਾਰਮਨੀ ਨੂੰ। ਜਦੋਂ ਅਸੀਂ ਇਸ ਸੈਗਮੈਂਟ ਦੇ ਟਾਈਟਲ 'ਚ ਹੀ ਕਿਹਾ ਕਿ ਹਾਰਮਨੀ ਐਂਡ ਪ੍ਰੋਸਪੈਰਿਟੀ, ਹੁਣ ਉਸ ਹਾਰਮਨੀ ਦੀ ਗੱਲ ਪਹਿਲਾਂ ਉਹਨਾਂ ਨੇ ਕਿਹਾ ਕਿ ਵਡਾਲਾ, ਇਹ ਡਿਸਟ੍ਰਿਕਟ ਅੰਮ੍ਰਿਤਸਰ ਦਾ ਪਿੰਡ ਹੈ, ਕਿ ਭਾਈ ਉੱਥੇ ਅਸੀਂ ਬੈਠੇ ਸੀ ਕਿ ਜਿਨ੍ਹਾਂ ਦੇ ਨਾਲ ਸਾਡੀ ਮੁਲਾਕਾਤ ਸੀ ਜਾਂ ਮਿਲਦੇ ਗਿਲਦੇ ਸੀ, ਹੀਰੇ ਤੇ ਨੂਰ ਖਾਂ ਨੇ, ਉਹਨਾਂ ਨੇ ਇਹ ਜਿਹੜੀ ਹੈ ਗੱਲ ਕੀਤੀ, ਉਹਨਾਂ ਦੇ ਨਾਲ ਗੱਲ ਚੱਲ ਰਹੀ ਹੈ ਵੀ ਇਹ ਕਿੱਥੋਂ ਆ ਗਏ ਨੇ ਫਰੰਗੀ, ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਉੱਤੇ ਆਫਾਤ ਆਈ, ਕਿ ਇਹ ਅੰਗਰੇਜ਼ਾਂ ਦਾ ਆਣਾ ਸਿੱਖ ਰਾਜ ਦਾ ਜਾਣਾ ਹੀ ਨਹੀਂ ਹੈ, ਜਿੱਥੇ ਬੜੀ ਖੁਸ਼ੀ ਖੁਸ਼ੀ ਵਸਦੇ ਸੀ ਹਿੰਦੂ ਔਰ ਮੁਸਲਮਾਨ, ਔਰ ਇਹ ਸਿਰ ਦੇ ਉੱਤੇ ਆਫਤ ਆਈ ਹੈ, ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ, ਕਦੇ ਨਹੀਂ ਸੀ ਤੀਸਰੀ ਜ਼ਾਤ ਆਈ, ਕਿ ਇਸ ਤੋਂ ਪਹਿਲਾਂ ਇਹ ਕੋਈ ਹੋਰ ਨਹੀਂ ਸੀ ਆਇਆ ਔਰ ਅਸੀਂ ਸਾਰੇ ਆਪਸ ਦੇ ਵਿੱਚ ਸੁਖੀ ਵਸਦੇ ਸਾਂ। ਮੈਂ ਸਮਝਦਾ ਵੀ ਇਸ ਤੋਂ ਵਧੀਆ ਟ੍ਰਿਬਿਊਟ ਕੋਈ ਹੋਰ ਨਹੀਂ ਦੇ ਸਕਦਾ। ਔਰ ਜਿਵੇਂ ਮੈਂ ਇਹ ਕਿਹਾ ਸੀ ਕਿ ਅਸੀਂ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਪਟਿਆਲਾ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਨੇ, ਉਹਨਾਂ ਦੀ ਇੱਕ ਕਿਤਾਬ ਦੇ ਵਿੱਚੋਂ ਇਹ ਹਵਾਲੇ ਨੇ ਕਿ ਦੁਨੀਆ ਨੇ ਸਾਡੇ ਮਹਾਰਾਜੇ ਬਾਰੇ ਕੀ ਕਿਹਾ ਪਹਿਲਾਂ, ਔਰ ਇਹ ਸਾਰੀਆਂ ਲਿਖਤਾਂ ਜਿਨ੍ਹਾਂ ਦੇ ਵਿੱਚ ਜਰਮਨ ਵੀ ਨੇ, ਬ੍ਰਿਟਿਸ਼ ਵੀ ਨੇ, ਫ੍ਰੈਂਚ ਵੀ ਨੇ, ਇਹ ਸਾਰੀਆਂ ਪਬਲਿਸ਼ਡ ਰੈਕਰਡ ਚੋਂ ਨੇ। ਔਸਬੋਰਨ, ਉਸ ਨੂੰ ਕਾਫੀ ਕੋਟ ਕੀਤਾ ਜਾਂਦਾ ਹੈ। ਉਹ ਕਹਿੰਦਾ ਹੈ ਕਿ ਪਹਿਲੀ ਨਜ਼ਰੇ ਦੇਖਿਆ ਦਿਲ ਤੇ ਸੱਟ ਵੱਜਦੀ ਹੈ ਕਿ ਸਿੱਖਾਂ ਦਾ ਰਾਜਾ ਇਹੋ ਜਿਹਾ
ਕਿ ਜਦੋਂ ਪਹਿਲੀ ਵਾਰ ਉਹਨੇ ਦੇਖਿਆ ਰਣਜੀਤ ਸਿੰਘ ਨੂੰ, ਉਹਨੇ ਅੱਛਾ। ਕਿਹਾ ਪੱਕਾ ਰੰਗ, ਮਾਤਾ ਦੇ ਦਾਗ, ਦਰਮਿਆਨਾ ਕੱਦ, ਇਹੋ ਕਾਣਾ, ਅੱਖੋਂ ਇੱਕ ਅੱਖ ਚੋਂ ਕਾਣਾ, ਜਦੋਂ ਪਿੱਠ ਪਿੱਛੇ ਢਾਲ ਬੰਨ ਕੇ ਘੋੜੇ ਦੀ ਕਾਠੀ ਤੇ ਸਵਾਰ ਹੋ ਕੇ ਅੱਡੀ ਲਾਉਂਦਾ ਹੈ, ਤਾਂ ਉਹ ਇੱਕ ਕ੍ਰਿਸ਼ਮਾ ਬਣ ਜਾਂਦਾ ਹੈ। ਉਹਦਾ ਸਰੀਰ ਨਹੀਂ ਦਿਸਦਾ, ਉਸ ਦੀ ਬਲਵਾਨ ਰੂਹ ਦੇ ਦੀਦਾਰ ਹੁੰਦੇ ਹਨ। ਯਕੀਨ ਨਹੀਂ ਆਉਂਦਾ ਕਿ ਇਹ ਉਹੀ ਸ਼ਖਸ ਹੈ ਜਿਹੜਾ ਹੁਣੇ ਦੇਖਿਆ ਸੀ। ਸੋ ਇਹ ਹੈ, ਬਹੁਤ ਵਾਰ ਤਾਂ ਹੁੰਦਾ ਪਹਿਲਾਂ ਤੁਸੀਂ ਇੰਪੈਕਟ ਲਿਆ, ਉਹਨੇ ਕਿਹਾ ਵੀ ਇਹ ਕੀ ਹੈ, ਮਾਠੇ ਜੇ ਕਾਦਾ, ਬਹੁਤ ਛੋਟਾ ਕੱਦ ਸੀ ਰਣਜੀਤ ਸਿੰਘ ਦਾ। ਅੱਛਾ। ਬਚਪਨ ਦੇ ਵਿੱਚ ਹੀ ਜਿਹਨੂੰ ਸਮਾਲ ਪੌਕਸ ਕਹਿੰਦੇ ਨੇ, ਇਹਨੂੰ ਸੀਤਲਾ ਮਾਤਾ ਕਹਿੰਦੇ ਸੀ, ਇਹ ਵੀ ਇੱਕ ਫੇਥ ਤੁਰਿਆ ਆਉਂਦਾ ਸੀ ਕਿ ਬਈ ਇਹ ਕੋਈ ਦੇਵੀ ਹੈ। ਔਰ ਉਹ ਹੋਇਆ, ਜਿਹੜੀ ਹੈ ਸਮਾਲ ਪੌਕਸ ਹੋਈ, ਸਰਵਾਈਵ ਤਾਂ ਕਰ ਗਿਆ, ਲੇਕਿਨ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਔਰ ਦੂਸਰਾ ਚਿਹਰੇ ਦੇ ਉੱਤੇ ਉਹਦੇ ਸੀਤਲਾ ਦੇ ਦਾਗ ਪਏ ਔਰ ਰੰਗ ਵੀ ਪੱਕਾ ਸੀ। ਉਹਨੇ ਕਿਹਾ ਵੀ ਇੱਕ ਪਾਸੇ ਦੇਖਿਆ, ਦੂਜੇ ਪਾਸੇ ਜਿਉਂ ਹੀ ਘੋੜੇ ਤੇ ਬੈਠਾ ਤੇ ਜਦੋਂ ਉਹਨੇ ਕੀਤਾ, ਲੱਗਦਾ ਹੀ ਨਹੀਂ ਕਿ ਵੀ ਇਹ ਉਹੀ ਸ਼ਖਸ ਹੈ। ਅੱਛਾ। ਫਿਰ ਮੈਕ ਗ੍ਰੈਗਰ, ਉਹਨੇ ਕਿਹਾ ਵੀ ਉਹਦੀ ਮੁਸਕਾਨ ਮਨ ਮੋਹੰਦੀ ਹੈ, ਉਸ ਦੀ ਸਾਦਗੀ ਕਰਕੇ ਮਾਹੌਲ ਸੁਖਾਵਾਂ ਰਹਿੰਦਾ ਹੈ ਤੇ ਬੰਦਾ ਬੇਝਿਜਕ ਗੱਲ ਕਰ ਸਕਦਾ ਹੈ। ਜਿਸ ਵਿਸ਼ੇ ਤੇ ਮਰਜ਼ੀ ਗੱਲ ਕਰੋ, ਉਹ ਇੱਕਦਮ ਤਹਿ ਤੱਕ ਪਹੁੰਚ ਜਾਂਦਾ ਹੈ। ਉਸ ਪਾਸ ਸ਼ਬਦਾਂ ਦੀ, ਲਫ਼ਜ਼ਾਂ ਦੀ ਕੋਈ ਘਾਟ ਨਹੀਂ ਹੈ ਤੇ ਨਾ ਹੀ ਕੋਈ ਵਿਚਾਰਾਂ ਦੀ ਕੋਈ ਕਮੀ ਦਿਸੀ। ਯੁੱਧ ਵਿੱਚ ਚੜ੍ਹਾਈ ਵੇਲੇ ਉਹ ਸਾਰਿਆਂ ਤੋਂ ਅੱਗੇ ਹੁੰਦਾ ਤੇ ਵਾਪਸੀ ਵੇਲੇ ਸਾਰਿਆਂ ਤੋਂ ਪਿੱਛੇ। ਸਾਰੀ ਜ਼ਿੰਦਗੀ ਉਸ ਨੇ ਯੁੱਧਾਂ ਵਿੱਚ ਲੰਘਾਈ। ਅੱਜ ਵੀ ਸ਼ਾਨਦਾਰ ਮਹਿਲਾਂ ਵਿੱਚ ਰਹਿਣ ਦੀ ਥਾਂ ਉਹਨੂੰ ਖੈਮੇ ਵਿੱਚ ਰਹਿਣਾ ਜ਼ਿਆਦਾ ਪਸੰਦ ਹੈ। ਅੱਛਾ। ਇਹ ਹੁਣ ਉਹਨਾਂ ਦਾ ਹੈ ਕਿ ਵੀ ਸ਼ੋਲਜਰ ਹੈ, ਸਾਰੀ ਉਹਨੂੰ ਅੱਗੇ ਹੋ ਕੇ ਲੜਦਾ ਹੈ, ਲੀਡ ਕਰਦਾ ਹੈ। ਜਦੋਂ ਫਤਿਹ ਹੁੰਦੀ ਫਿਰ ਕ੍ਰੈਡਿਟ ਲੈਣ ਦੇ ਨਹੀਂ, ਫਿਰ ਪਿੱਛੇ ਹੈ, ਉਹਨੂੰ ਮਹਿਲਾਂ 'ਚ ਰਹਿਣਾ ਪਸੰਦ ਨਹੀਂ ਹੈ, ਉਹਨੂੰ ਖੈਮੇ 'ਚ ਰਹਿਣਾ ਪਸੰਦ ਹੈ, ਕਿਉਂਕਿ ਬੇਸਿਕਲੀ ਉਹ ਸ਼ੋਲਜਰ ਹੈ। ਅੱਛਾ। ਫਿਰ ਮਿਸਟਰ ਬਾਕ ਨੇ ਲਿਖਿਆ ਕਿ ਰਣਜੀਤ ਸਿੰਘ ਨੇ ਖਾਮ-ਖਾ ਆਪਣੇ ਹੱਥਾਂ ਤੇ ਖੂਨ ਦੇ ਦਾਗ ਨਹੀਂ ਲੱਗਣ ਦਿੱਤੇ। ਬਗੈਰ ਜ਼ੁਲਮ ਕੀਤਿਆਂ ਇੰਨੀ ਵੱਡੀ ਹਕੂਮਤ ਕਾਇਮ ਕਰਨ ਵਿੱਚ ਉਸ ਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ। ਅੱਛਾ। ਕਿ ਜਿੱਥੇ ਲੋੜੀਂਦਾ ਸੀ ਉੱਥੇ ਹੀ ਜੰਗ ਕੀਤਾ ਹੈ ਔਰ ਜਿਹਨੂੰ ਡਿਫੀਟ ਵੀ ਕੀਤਾ ਉਹਨੂੰ ਕੋਈ ਨਾ ਕੋਈ ਜਗੀਰ ਦੇ ਕੇ ਜਾਂ ਉਹਨੂੰ ਰੁਲਣ ਨਹੀਂ ਦਿੱਤਾ ਹੈ ਔਰ ਕੋਸ਼ਿਸ਼ ਕੀਤੀ ਕਿ ਉਸ ਦਾ ਆਨਰ ਬਰਕਰਾਰ ਰਹੇ। ਇਹ ਉਹਨਾਂ ਜਿਹੜੇ ਯੂਰਪੀਅਨ ਜਾਂ ਦੂਸਰੇ ਅੰਗਰੇਜ਼ ਨੇ ਉਹਨਾਂ ਦਾ। ਹੁਣ ਫਰਾਂਸੀਸੀ ਯਾਤਰੂ ਜੈਕ ਮੌਂਟ, ਉਹ ਕਹਿੰਦਾ ਜੇ ਰਣਜੀਤ ਸਿੰਘ ਫੈਸਲਾ ਕਰ ਲੈ ਕਿ ਕੁਝ ਦਿਨ ਪੰਜਾਬ ਤੋਂ ਬਾਹਰ ਗੁਜ਼ਾਰਨੇ ਨੇ ਤਾਂ ਉਹਦੇ ਲਈ ਕੁਝ ਵੀ ਜਿੱਤ ਸਕਣਾ ਨਾਮੁਮਕਿਨ ਨਹੀਂ ਸੀ। ਕਿ ਉਹ ਭਾਵੇਂ ਤੁਰ ਪੈਂਦਾ, ਉਹਦਾ ਕਹਿਣਾ ਅੱਗੋਂ ਉਹਨੇ ਕਿਹਾ ਕਿ ਵੀ ਭਾਵੇਂ ਉਹ ਅਲੈਗਜ਼ੈਂਡਰ ਵਾਂਗ ਵੀ ਤੁਰ ਪੈਂਦਾ, ਉਸ ਦੇ ਵਿੱਚ ਉਹ ਕੈਪੇਬਿਲਿਟੀ ਸੀ, ਪਰ ਉਹ ਪੰਜਾਬ ਨੂੰ ਪਿਆਰ ਕਰਦਾ ਸੀ ਔਰ ਪੰਜਾਬ ਚੋਂ ਨਿਕਲਣਾ ਨਹੀਂ ਸੀ ਚਾਹੁੰਦਾ। ਇਸ ਲਈ ਉਹਨੇ ਆਪਣੀਆਂ ਹੱਦਾਂ ਉੱਥੋਂ ਤੱਕ ਹੀ ਰੱਖੀਆਂ। ਫਿਰ ਐਚ.ਈ. ਫੇਨ, ਇਹ 1837 ਚ ਲਾਹੌਰ ਆਇਆ। ਹੁਣ ਰਣਜੀਤ ਸਿੰਘ 1839 ਚ ਚੜ੍ਹਾਈ ਕਰਦੇ ਨੇ, ਇਹ ਉਹਨਾਂ ਦੇ ਚੜ੍ਹਾਈ ਕਰਨ ਤੋਂ 2 ਸਾਲ ਪਹਿਲਾਂ 1837 ਦੇ ਵਿੱਚ। ਤੇ ਉਹਨਾਂ ਨੇ ਕਿਹਾ ਕਿ ਮਿਹਰਬਾਨੀਆਂ ਨਾਲ ਉਹ ਨੱਕੋ ਨੱਕ ਭਰਿਆ ਹੋਇਆ। ਹੈਰਾਨੀ ਹੁੰਦੀ ਹੈ ਕਿ ਮੌਤ ਦੀ ਸਜ਼ਾ ਖਤਮ ਕਰਨ ਉਪਰੰਤ ਵੀ ਉਹ ਆਪ ਹੁਦਰੇ ਜੰਗਲੀ ਲੋਕਾਂ ਨੂੰ ਸਿਧਾਨ ਵਿੱਚ ਕਾਮਯਾਬ ਹੋਇਆ। ਇਸ ਗੱਲ ਦਾ ਧਿਆਨ ਰਹੇ, ਸਾਰੇ ਯੂਰਪੀਅਨਸ ਨੇ ਮੈਂਸ਼ਨ ਕੀਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮੌਤ ਦੀ ਸਜ਼ਾ ਨਹੀਂ ਸੀ, ਫਾਂਸੀ ਨਹੀਂ ਸੀ। ਅੱਛਾ। ਕਿਉਂਕਿ ਉਹਦਾ ਇਹ ਕਹਿਣਾ ਸੀ ਕਿ ਜ਼ਿੰਦਗੀ ਰੱਬ ਦੀ ਦਿੱਤੀ ਹੋਈ ਹੈ, ਲੈਣ ਦਾ ਹੱਕ ਵੀ ਉਹਨੂੰ, ਹਾਂ ਜੰਗ ਦੇ ਮੈਦਾਨ 'ਚ ਕੋਈ ਆਏ, ਬਾਕੀ ਸਜ਼ਾਵਾਂ ਸੀ ਸਖਤ ਤੋਂ ਸਖਤ। ਔਰ ਉਹਨੇ ਕਿਹਾ ਵੀ ਇਹਦੇ ਬਾਵਜੂਦ ਕਿ ਉਹਨੇ ਮੌਤ ਦੀ ਸਜ਼ਾ ਨਹੀਂ ਦਿੱਤੀ ਔਰ ਉਸ ਵੇਲੇ ਜਿਹੜੇ ਜੰਗਲੀ ਨੇ ਔਰ ਪੰਜਾਬ ਦੇ ਜਿਹੜੇ, ਜੇ ਕਹਿਣਾ ਹੋਏ ਕਿ ਓਰੀਜਨਲ ਇਨਹੈਬੀਟੈਂਟ ਜੰਗਲੀ ਹੋਣਗੇ, ਉਹਨਾਂ ਦੀ ਪ੍ਰੋਫੈਸਰ ਪੂਰਨ ਸਿੰਘ, ਉਹਨਾਂ ਨੇ ਉਹਨਾਂ ਦੀ ਬੋਲੀ ਵੀ, ਔਰ ਜਦੋਂ ਅਸੀਂ ਪੰਜਾਬੀ ਜ਼ਬਾਨ ਦੇ ਅਲੱਗ-ਅਲੱਗ ਡਾਇਲੈਕਟਸ ਦੀ ਗੱਲ ਕਰਦੇ ਹਾਂ, ਇੱਧਰ ਮਝੈਲੀ ਹੈ, ਮਲਵਈ ਹੈ, ਉਧਰ ਪੋਠੋਹਾਰੀ ਹੈ, ਲਾਹੌਰੀ ਹੈ, ਜਿਹੜੀ ਟਕਸਾਲੀ ਪੰਜਾਬੀ ਜਿਹਨੂੰ ਕਿਹਾ ਜਾਂਦਾ ਹੈ, ਉਹਦੇ 'ਚ ਜੰਗਲੀ ਡਾਇਲੈਕਟ ਵੀ ਹੈ, ਸਰਾਇਕੀ ਹੈ। ਇਹ ਸਾਰੇ ਜਿਹੜੇ ਨੇ ਸੋ, ਔਰ ਬੜੇ ਉਹ ਮਾਰਖੋਰੇ ਲੋਕ ਜੰਗਲੀ, ਉਹਨਾਂ ਨੂੰ ਕੰਟਰੋਲ ਕਰਨਾ ਸੌਖਾ ਨਹੀਂ ਸੀ। ਲੇਕਿਨ ਉਹਨਾਂ ਨੇ ਕਿਹਾ ਕਿ ਵੀ ਉਹਨੇ ਭਾਵੇਂ ਮੌਤ ਦੀ ਸਜ਼ਾ ਨਹੀਂ ਦਿੱਤੀ, ਲੇਕਿਨ ਇਹਦੇ ਬਾਵਜੂਦ ਉਹਨਾਂ ਨੂੰ ਉਹਨੇ ਜਿਹੜਾ ਸਿਧਾਇਆ। ਇਸੇ ਤਰ੍ਹਾਂ ਜਨਰਲ ਅਵਿਤ ਬਿਲੇ ਨੇ
ਉਹਨੂੰ ਦਾ ਕੋਟ ਹੈ ਜਿਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਵੀ ਉਹਨੇ ਆਪਣੇ ਤੌਰ ਤੇ ਪਿਸ਼ਾਵਰ 'ਚ ਕੋਈ ਇਹਨੂੰ ਜਨਰਲ ਸੀ, ਉਹਨੂੰ ਪਿਸ਼ਾਵਰ ਦਾ ਗਵਰਨਰ ਵੀ ਲਾਇਆ ਗਿਆ ਸੀ। ਉਹਨੇ ਆਪਣੇ ਤੌਰ ਤੇ ਕੋਈ ਫਾਂਸੀ ਦਿੱਤੀ ਬਾਗੀਆਂ ਨੂੰ, ਰਣਜੀਤ ਸਿੰਘ ਨੇ ਉਸ ਨੂੰ ਸੱਦ ਕੇ ਜਿਹੜਾ ਇਸ ਦੇ ਉੱਤੇ ਐਕਸ਼ਨ ਲਿਆ। ਉਹਨਾਂ ਨੇ ਕਿਹਾ ਵੀ ਤੂੰ ਉਹਨਾਂ ਨੂੰ ਕੈਦੀ ਕਰ ਲੈਂਦਾ ਫਿਰ ਉਹਨਾਂ ਨੂੰ ਭਾਵੇਂ ਛੱਡ ਦਿੰਦਾ, ਇਹ ਜਿਹੜੀ ਹੈ ਇਹ ਤੂੰ ਠੀਕ ਨਹੀਂ ਕੀਤਾ। ਸੋ ਇਹ ਗੱਲ ਆਪਣੇ ਆਪ 'ਚ ਸਬੂਤ ਹੈ ਕਿ ਵੀ ਜਿਹੜਾ ਅਦਲ ਹੈ ਉਹਦੇ 'ਚ ਅਦਲ ਦਿੰਦਿਆਂ ਵੀ ਰਣਜੀਤ ਸਿੰਘ ਨੇ ਹਾਰਸ਼ਨੈਸ ਤੋਂ ਜਿਹੜਾ ਹੈ ਉਹ ਜਿਹੜੀ ਹੈ ਉਸ ਪਾਸੇ ਵੱਲੋਂ ਨਹੀਂ ਤੁਰਿਆ। ਫਿਰ ਚਾਰਲਸ ਗੱਫ ਉਹ ਲਿਖਦਾ ਹੈ ਕਿ ਏਸ਼ੀਅਨ ਰਾਜਿਆਂ 'ਚ ਉਹ ਇਸ ਗੱਲੋਂ ਬਹੁਤ ਉੱਤਮ ਸੀ ਕਿ ਉਸ ਨੂੰ ਆਪਣੀ ਸੀਮਾ ਤੇ ਆਪਣੀ ਸਮਰੱਥਾ ਦੋਵਾਂ ਦਾ ਸਹੀ ਗਿਆਨ ਸੀ, ਜਿਹਨੂੰ ਅਸੀਂ ਕਹਿੰਦੇ ਆ ਵੀ ਕੱਟ ਯੋਰ ਐਂਬੀਸ਼ਨ ਬਾਈ ਯੋਰ ਲਿਮਿਟੇਸ਼ਨ। ਬਿਲਕੁਲ ਉਹਨੂੰ ਅਹਿਸਾਸ ਸੀ ਕਿ ਉਹਦੇ 'ਚ ਕੈਪੇਬਿਲਿਟੀ ਕੀ ਹੈ ਔਰ ਕਿੱਥੇ ਜਾ ਕੇ ਉਸ ਨੇ ਰੁਕ ਜਾਣਾ ਹੈ, ਵੀ ਹੰਕਾਰ ਵੀ ਨਹੀਂ ਸੀ ਔਰ ਦੂਸਰੇ ਪਾਸੇ ਆਪਣੇ ਆਪ ਨੂੰ ਉਹਨੇ ਮਿਸਜੱਜ ਵੀ ਨਹੀਂ ਕੀਤਾ। ਦੁਸ਼ਮਣ ਨਾਲ ਉਹ ਉਦੋਂ ਤੱਕ, ਇਹ ਚਾਰਲਸ ਗੱਫ ਲਿਖ ਰਿਹਾ, ਦੁਸ਼ਮਣ ਨਾਲ ਉਹ ਉਦੋਂ ਤੱਕ ਪੰਗਾ ਨਹੀਂ ਸੀ ਲੈਂਦਾ ਜਦੋਂ ਤੱਕ ਉਸ ਨੂੰ ਇਹ ਵਿਸ਼ਵਾਸ ਨਹੀਂ ਹੋ ਜਾਂਦਾ ਸੀ ਕਿ ਜਿੱਤ ਯਕੀਨਨ ਉਸ ਦੀ ਹੋਏਗੀ, ਕਿ ਉਹ ਕੈਲਕੂਲੇਟ ਕਰਦਾ ਸੀ, ਅਦਰਵਾਈਜ਼ ਉਹ ਨਹੀਂ ਸੀ ਪੰਗਾ। ਉਹ ਦੂਜਾ ਕਦਮ ਉਠਾਉਂਦਾ ਹੀ ਨਹੀਂ ਸੀ ਜਦੋਂ ਤੱਕ ਜਾਣ ਨਹੀਂ ਲੈਂਦਾ ਸੀ ਕਿ ਪਹਿਲਾ ਕਦਮ ਪੱਕਾ ਟਿਕ ਗਿਆ। ਹੁਣ ਇਹ ਇਕੱਲਾ ਜੰਗ ਦੀ ਸਟ੍ਰੈਟਜੀ ਨਹੀਂ ਹੈ, ਜ਼ਿੰਦਗੀ 'ਚ ਵੀ ਜੇ ਤੁਸੀਂ ਕਾਮਯਾਬ ਲੋਕਾਂ ਵੱਲ ਦੇਖੋਗੇ ਤਾਂ ਕਾਮਯਾਬ ਉਹ ਨੇ ਜਿਨ੍ਹਾਂ ਨੇ ਕਦਮ ਸੋਚ ਕੇ ਰੱਖਿਆ, ਬੋਝ ਕੇ ਰੱਖਿਆ, ਫਿਰ ਜਦੋਂ ਇੱਕ ਕਦਮ ਟਿਕ ਗਿਆ ਫਿਰ ਦੂਸਰਾ ਕਦਮ ਚੁੱਕਿਆ। ਤੇ ਕਈ ਜਿਹੜੇ ਨੇ ਉਹ ਜਿਨ੍ਹਾਂ ਨੂੰ ਹਵਾ ਦੇ ਬੁੱਲੇ ਨਾਲ ਸ਼ੌਹਰਤ ਦੀ ਉਹ ਪੌੜੀ ਦੇ ਸਿਖਰ ਤੇ ਪਹੁੰਚ ਜਾਂਦੇ ਨੇ, ਉਹ ਸਮਝਣ ਲੱਗ ਜਾਂਦੇ ਵਾਕਈ ਅਸੀਂ ਪੌੜੀ ਚੜ੍ਹ ਕੇ ਆਏ ਹਾਂ ਮਿਹਨਤ ਨਾਲ, ਤੇ ਉਹ ਫਿਰ ਜਦੋਂ ਹਲਕਾ ਜਿਹਾ ਹਵਾ ਦਾ ਬੁੱਲਾ ਆਉਂਦਾ ਉਹ ਸਿਰ ਪਰਨੇ ਥੱਲੇ ਡਿੱਗਦੇ ਨੇ। ਸੋ ਇਹ ਬਿਲਕੁਲ, ਇਹ ਹੋਰ ਵੀ ਹਿਸਟੋਰੀਅਨਸ ਨੇ ਇਹ ਕਿਹਾ ਕਿ ਵੀ ਉਹ ਹਰ ਗੱਲ ਉਹਦੀ ਕੈਲਕੂਲੇਟਡ ਸੀ ਔਰ ਉਹ ਪੂਰਾ ਨਾਪ ਤੋਲ ਕੇ ਜਿਹੜਾ ਕਦਮ ਲੈਂਦਾ ਸੀ, ਔਰ ਇਹੀ ਚਾਰਲਸ ਗੱਫ ਨੇ ਕਿਹਾ। ਫਿਰ ਉਹਨੇ ਇਹ ਵੀ ਗੱਲ ਕਹੀ ਕਿ ਇੰਨਾ ਤਾਕਤਵਰ ਹੋਣ ਦੇ ਬਾਵਜੂਦ ਉਹ ਹੰਕਾਰਿਆ ਨਹੀਂ ਸੀ, ਉਹ ਲਗਾਤਾਰ ਚੇਤਨ ਰਹਿੰਦਾ ਸੀ, ਵਿਸ਼ੇਸ਼ ਕਰਕੇ ਸਿੱਖ ਪਰੰਪਰਾਵਾਂ ਵੱਲ, ਕਿ ਕੋਈ ਅਵਗਿਆ ਨਾ ਹੋ ਜਾਏ, ਕਿਉਂਕਿ ਉਸ ਨੂੰ ਸਿੱਖਾਂ ਦੇ ਸਿਦਕ ਅਤੇ ਸੁਭਾਅ ਦੀ ਜਾਣਕਾਰੀ ਸੀ। ਇਹ ਔਰ ਇਹਦੇ 'ਚ ਡਿਪਲੋਮੇਸੀ ਵੀ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹੁਣ ਮਹਾਰਾਜਾ ਰਣਜੀਤ ਸਿੰਘ ਨੇ ਮੈਰਿਟ ਨੂੰ ਬੇਸ ਬਣਾਇਆ, ਲਾਹੌਰ ਦਰਬਾਰ 'ਚ ਕਿਵੇਂ ਉਹ ਫਕੀਰ ਅਜ਼ੀਜ਼ੁਦੀਨ ਹੋਣ, ਉਹਨਾਂ ਦੇ ਦੋਵੇਂ ਭਰਾ ਫਕੀਰ ਅਜ਼ੀਜ਼ੁਦੀਨ ਉਹਨਾਂ ਦੇ ਫੋਰਨ ਮਿਨਿਸਟਰ ਨੇ, ਜਿਹੜੇ ਸਾਰੇ ਉਹਨਾਂ ਦੀ ਡਿਪਲੋਮੈਟ ਨੇ, ਔਰ ਈਵਨ ਜਦੋਂ ਅੰਗਰੇਜ਼ਾਂ ਦੇ ਨਾਲ ਵੀ 1831 ਦੇ ਵਿੱਚ ਗੱਲਬਾਤ ਹੁੰਦੀ ਹੈ, ਪਹਿਲਾਂ ਰੋਪੜ ਦੀ ਸੰਧੀ ਔਰ ਉਸ ਤੋਂ ਬਾਅਦ ਸ਼ਿਮਲਾ 'ਚ, ਤਾਂ ਉਸ ਡੈਲੀਗੇਸ਼ਨ ਨੂੰ ਫਕੀਰ ਅਜ਼ੀਜ਼ੁਦੀਨ ਲੀਡ ਕਰਦੇ ਨੇ। ਔਰ ਇਹ ਮੈਂਸ਼ਨ ਹੈ ਉਹਨਾਂ ਦੀ ਅੰਗਰੇਜ਼ਾਂ ਦੀ ਡਾਇਰੀ 'ਚ ਕਿ ਵੀ ਫਕੀਰ ਅਜ਼ੀਜ਼ੁਦੀਨ ਨੂੰ ਪੁੱਛਿਆ ਉਹਨਾਂ ਦੇ ਦੁਭਾਸ਼ੀਏ ਨੇ ਕਿ ਤੁਹਾਡਾ ਮਹਾਰਾਜਾ ਸੁਣਿਆ ਇੱਕ ਅੱਖ ਤੋਂ ਕਾਣਾ ਹੈ, ਕਿਹੜੀ ਅੱਖ ਉਹਦੀ ਖਰਾਬ ਹੈ? ਤੇ ਉਹਨੇ ਫਕੀਰ ਅਜ਼ੀਜ਼ੁਦੀਨ ਨੇ ਕਿਹਾ, ਉਹਨੇ ਕਿਹਾ ਜੀ ਸਾਡੇ ਮਹਾਰਾਜੇ ਦਾ ਚਿਹਰੇ ਦਾ ਤੇਜ ਇਵੇਂ ਹੈ ਸੂਰਜ ਵਾਂਗ ਕਿ ਅਸੀਂ ਕਦੇ ਹੌਸਲਾ ਹੀ ਨਹੀਂ ਕਰ ਸਕੇ ਕਿ ਅਸੀਂ ਉਹਨਾਂ ਦੇ ਚਿਹਰੇ ਵੱਲ ਦੇਖੀਏ, ਅਸੀਂ ਉਹਨਾਂ ਦੇ ਪੈਰਾਂ ਵੱਲ ਦੇਖਦੇ। ਔਰ ਇਹਦੇ ਤੇ ਉਹਨੇ ਕਿਹਾ ਵੀ ਜਦੋਂ ਤੱਕ ਇਸ ਕਿਸਮ ਦੇ ਲਾਇਲ ਔਰ ਸਿਆਣੇ ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰ ਨੇ ਇਹਨਾਂ ਦੇ ਉੱਤੇ ਹੱਥ ਨਹੀਂ ਪਾਉਣਾ ਚਾਹੀਦਾ। ਸੋ ਇਹ ਔਰ ਇੰਨਾ ਟਰਸਟ ਫਕੀਰ ਅਜ਼ੀਜ਼ੁਦੀਨ, ਉਹਨਾਂ ਦੇ ਭਰਾ ਜਿਹੜਾ ਗੋਬਿੰਦਗੜ੍ਹ ਦਾ ਟ੍ਰੇਜਰ ਸੀ, ਖਜ਼ਾਨੇ ਦੀਆਂ ਚਾਬੀਆਂ ਉਹਨਾਂ ਦੇ ਕੋਲ। ਫਿਰ ਅਸੀਂ ਦੇਖਦੇ ਹਾਂ ਭਾਵੇਂ ਉਹਨਾਂ ਨੇ ਗਦਾਰੀ ਕੀਤੀ, ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਜੰਮੂ ਦੇ ਡੋਗਰਿਆਂ ਨੇ, ਜਾਂ ਲਾਲ ਸਿੰਘ ਤੇਜ ਸਿੰਘ ਯੂਪੀ ਦੇ ਬ੍ਰਾਹਮਣਾਂ ਨੇ, ਪਰ ਇਹ ਪੌਪਰ ਕਿਸਮ ਦੇ ਲੋਕ ਆਏ, ਇਹਨਾਂ 'ਚ ਯੋਗਤਾ ਜ਼ਰੂਰ ਸੀ, ਐਬਿਲਿਟੀ ਜ਼ਰੂਰ ਸੀ, ਔਰ ਉਹਦੇ ਥੱਲੇ ਕਿਸ ਲੈਵਲ ਤੱਕ ਇਹ ਪਹੁੰਚੇ। ਔਰ ਜਦੋਂ ਉਹਨਾਂ ਨੇ ਸਿੱਖਾਂ ਦੀ ਸੈਂਸਿਟੀਵਿਟੀ ਦੀ ਗੱਲ ਕੀਤੀ ਹੈ, ਜ਼ਾਹਰ ਹੈ ਕਿ ਵੀ ਅੱਜ ਜੇ ਅਸੀਂ ਇੱਕ ਆਈਡੀਅਲ ਸਿੱਖ ਦੇ ਸਾਰੇ ਜਿਹੜੇ ਨੇ ਕਰੈਕਟਰ ਲੱਭਣੇ ਚਾਹੀਏ, ਉਹਦੇ 'ਚ ਸਾਡੇ 'ਚ ਵੀ ਖਾਮੀਆਂ ਨੇ। ਮਹਾਰਾਜੇ ਤਾਂ ਫਿਰ ਮਹਾਰਾਜਾ ਹੀ ਹੁੰਦੇ ਨੇ, ਉਹਨਾਂ ਦੀਆਂ ਜੇ ਤੁਸੀਂ ਰਾਣੀਆਂ ਗਿਣਨ ਲੱਗ ਜਾਓ ਜਾਂ ਉਹਨਾਂ ਦੇ ਹੋਰ ਐਬ ਗਿਣਨ ਲੱਗ ਜਾਓ ਤਾਂ ਫਿਰ ਜ਼ਾਹਰ ਹੈ ਵੀ ਤੁਹਾਨੂੰ ਲੱਗੇਗਾ ਕਿ ਨਹੀਂ ਇਹ ਤਾਂ ਡਿੱਗਿਆ ਸੀ, ਸਿੱਖੀ ਤੋਂ ਡਿੱਗ, ਜਿਵੇਂ ਅੱਜ ਕਈ ਜਿਹੜੇ ਨੇ ਉਹ ਇਸ ਕਿਸਮ ਦੀ ਐਵੈਲੂਏਸ਼ਨ ਦਿੰਦੇ ਨੇ। ਔਰ ਈਵਨ ਜਿਹੜੇ ਦੁਸ਼ਮਣ, ਮੈਂ ਦੇਖ ਰਿਹਾ ਸੀ BBC ਦੀ ਪੰਜਾਬੀ ਸਰਵਿਸ ਜਾਂ ਹਿੰਦੀ ਸਰਵਿਸ, ਬਜਾਏ ਕਿ ਉਹ ਉਸ ਰਾਜ ਦੇ ਉਹਨਾਂ ਨੂੰ
ਰਣਜੀਤ ਸਿੰਘ ਦਾ ਘੋੜਿਆਂ ਦੇ ਨਾਲ ਪਿਆਰ ਦੇ ਉੱਤੇ ਕਿ ਭਾਈ ਕਿੱਥੋਂ ਤੱਕ ਉਹ ਚਲੇ ਗਿਆ। ਫਿਰ ਕਿਸੇ ਨੂੰ ਉਹਦੀ ਨਾਚੀ ਮੋਰਾ ਨਜ਼ਰ ਆਉਂਦੀ, ਇਹਦੇ ਉੱਤੇ BBC ਨੇ ਸਟੋਰੀ ਕੀਤੀ ਹੈ ਕਿ ਕਿਵੇਂ ਮੋਰਾ ਸਰਕਾਰ ਦਾ ਜਿਹੜਾ ਉਹ ਚੱਲਦਾ ਸੀ, ਉੱਥੇ ਸਿੱਕਾ ਵੀ ਚੱਲਿਆ ਔਰ ਦੂਸਰਾ ਵੀ ਚੱਲਿਆ। ਇਹ ਇੱਕ ਫਲਿਪ ਸਾਈਡ ਹੁੰਦੀ ਹੈ ਹਰ ਜਿਹੜਾ ਇਸ, ਲੇਕਿਨ ਕਦੇ ਵੀ ਮਹਾਰਾਜਾ ਰਣਜੀਤ ਸਿੰਘ ਆਪਣੇ ਫਰਜ਼ਾਂ ਤੋਂ ਵੀ ਗਾਫਲ ਨਹੀਂ ਸੀ ਔਰ ਕਿਸੇ ਰਾਜ ਦੀ ਜਿਹੜੀ ਉਹਦੀ ਤੁਹਾਡੀ ਜਜਮੈਂਟ ਹੈ ਉਹਦੇ ਚ ਹਾਰਮੋਨੀ, ਪ੍ਰੋਸਪੈਰਿਟੀ, ਪੀਸ, ਔਰ ਉਹ ਪੰਜਾਬ ਜਿਹੜਾ ਲਗਭਗ 1 ਸਦੀ ਤੋਂ ਜ਼ਿਆਦਾ, ਜਿਸ ਨੂੰ ਬੁੱਲੇ ਸ਼ਾਹ ਨੇ ਵੀ ਕਿਹਾ ਵੀ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਔਰ ਉਸ ਪੰਜਾਬ ਨੂੰ ਸਟੇਬਲ ਕਰਨਾ, ਉਸ ਕਿਸਮ ਦਾ ਰਾਜ ਦੇਣਾ ਜਿਸ ਦੀਆਂ ਹੱਦਾਂ ਦਰਾ ਖੈਬਰ ਨੂੰ ਜਾ ਕੇ ਜਿਹੜਾ ਉਹ ਬੰਦ ਕਰ ਦੇਣਾ, ਕਿਉਂਕਿ ਸਾਰੇ ਹਮਲੇ ਜਿਹੜੇ ਨੇ ਉਸ ਮਗਰਬ ਵੱਲੋਂ ਹੁੰਦੇ ਸੀ, ਪੱਛਮ ਵੱਲੋਂ ਹੁੰਦੇ ਸੀ, ਔਰ ਉਸ ਨੂੰ ਔਰ ਉਹੀ ਜਿਹੜਾ ਰਣਜੀਤ ਸਿੰਘ ਦੇ ਪੀਰੀਅਡ ਦਾ ਸੀ ਸਾਰਾ ਇੰਡਸ ਦਰਿਆ ਕ੍ਰਾਸ ਕਰਕੇ ਦਰਾ ਖੈਬਰ ਤੱਕ ਜਾਣਾ, ਜਿਹਨੂੰ ਅੰਗਰੇਜ਼ਾਂ ਨੇ ਫਿਰ ਪੰਜਾਬ ਤੋਂ ਅੱਡ ਇੱਕ ਸੂਬਾ ਬਣਾਇਆ ਜਿਹਦਾ ਨਾਮ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਰੱਖਿਆ। ਇਹ ਸਾਰਾ ਹੀ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਕਿਸੇ ਵੇਲੇ ਅਫਗਾਨਿਸਤਾਨ ਦਾ ਹੀ ਹਿੱਸਾ, ਉਹਨਾਂ ਦੀ ਕੈਪੀਟਲ ਕਾਬਲ ਸੀ, ਸਬ ਕੈਪੀਟਲ ਪਿਸ਼ਾਵਰ ਸੀ, ਲੇਕਿਨ ਕਿਵੇਂ ਉਸ ਨੂੰ ਇੰਡਸ ਕ੍ਰਾਸ ਕਰਕੇ ਪਹਿਲੀ ਵਾਰ ਕੋਈ ਇਸ ਧਰਤੀ ਤੋਂ ਜਾ ਕੇ ਉਸ ਨੇ ਉਹਦਾ ਹਿੱਸਾ ਬਣਾਇਆ ਔਰ ਅੱਜ ਉਹ ਪਾਕਿਸਤਾਨ ਦਾ ਜਿਹੜਾ ਉਹ ਸੂਬਾ ਖੈਬਰ ਪਖਤੂਨਖਵਾ ਹੈ। ਔਰ ਅੱਜ ਵੀ ਜੇ ਜਮਰੌਦ ਦਾ ਕਿਲੇ ਤੋਂ ਲੈ ਕੇ ਤੁਸੀਂ ਪਿਸ਼ਾਵਰ ਤੱਕ ਦੇਖੋ, ਔਰ ਇਹਦੇ ਬਾਵਜੂਦ ਕਿ ਹਾਲਾਂ ਅਫਗਾਨਾਂ ਦੀ ਇੱਕ ਆਪਣੀ ਪ੍ਰਾਊਡ ਹਿਸਟਰੀ ਹੈ ਔਰ ਕਿਵੇਂ ਉਹਨਾਂ ਨੇ ਦਿੱਲੀ ਤਖਤ ਤੋਂ ਲੈ ਕੇ ਔਰ ਕਿੱਥੇ ਤੱਕ ਉਹਨਾਂ ਦੀ ਰੀਚ ਰਹੀ, ਲੇਕਿਨ ਜਦੋਂ ਇਹ ਆਪਸੀ ਟੱਕਰ ਵੀ ਹੁੰਦੀ ਹੈ ਅੱਜ ਵੀ, ਜੇ ਪਠਾਨ ਸਿੱਖ ਦੀ ਇੱਜ਼ਤ ਕਰਦਾ ਹੈ ਤਾਂ ਕਿਉਂਕਿ ਇੱਕ ਬਹਾਦਰ ਕੌਮ ਜਾਂ ਬਹਾਦਰ ਇਨਸਾਨ ਹੀ ਸਮਝਦਾ ਹੈ ਕਿ ਦੂਸਰੇ ਦੀ ਬਹਾਦਰੀ ਕੀ ਹੈ। ਔਰ ਇਹੀ ਕਾਰਨ ਸੀ ਕਿ ਈਵਨ ਜਦੋਂ ਬਾਕੀ ਪੰਜਾਬ ਨਫ਼ਰਤ ਦਾ ਸ਼ਿਕਾਰ ਹੋਇਆ 47 ਚ, ਉਸ ਸੂਬੇ ਜਾਂ ਜਿਸ ਸਾਰੇ ਨੂੰ ਇਲਾਕਾ ਗੈਰ ਕਹਿੰਦੇ ਸੀ, ਸਿੱਖ ਇੱਕ ਬਰਾਬਰ ਦੇ ਕਬੀਲੇ ਦੇ ਤੌਰ ਤੇ ਉੱਥੇ ਵਸਦੇ ਰਹੇ ਨੇ ਔਰ ਹੁਣ ਵੀ ਜਦੋਂ ਹੋਏਗਾ ਉਹ ਸਰਦਾਰ ਸਾਹਿਬ ਜਾਂ ਸਰਦਾਰ ਜੀ ਕਰਕੇ ਐਡਰੈਸ ਕਰਦੇ ਨੇ। ਔਰ ਕਿਉਂਕਿ ਉਹਨਾਂ ਨੇ ਵੀ ਇਹ ਉਸ ਪੀਰੀਅਡ ਦਾ ਸੀ, ਕਿਸੇ ਦਾ ਕਿਤੇ ਜ਼ੋਰ ਪਿਆ, ਕਿਸੇ ਦਾ ਕਿਤੇ ਜ਼ੋਰ ਪਿਆ, ਪਰ ਜੇ ਫਕੀਰ ਅਜ਼ੀਜ਼ੁਦੀਨ ਵਰਗੇ ਜਿਹੜੇ ਨੇ ਉਹ ਲਾਇਲਿਸਟ ਰਣਜੀਤ ਸਿੰਘ ਦੇ ਰਹੇ ਔਰ ਉਹਨਾਂ ਦੇ ਅੱਗੋਂ ਵੀ ਜਿਹੜੇ ਉਹਨਾਂ ਦੀ ਪ੍ਰੋਜਨੀ ਹੈ, ਹੁਣ ਵੀ ਬਹੁਤ ਸਾਰੀਆਂ ਸਿੱਖ ਰਾਜ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੋਹਫੇ ਦੇ ਤੌਰ ਤੇ ਫਕੀਰ ਅਜ਼ੀਜ਼ੁਦੀਨ ਉਹਨਾਂ ਭਰਾਵਾਂ ਨੂੰ ਦਿੱਤੀਆਂ ਲਾਹੌਰ ਦੇ ਵਿੱਚ, ਜਿਸ ਨੂੰ ਫਕੀਰ ਖਾਨਾ ਕਰਕੇ ਜਾਣਿਆ ਜਾਂਦਾ, ਉਹਦੇ 'ਚ ਉਹਨਾਂ ਨੇ ਉਹ ਸਾਰੀਆਂ ਸੁਰੱਖਿਅਤ ਕੀਤੀਆਂ ਹੋਈਆਂ ਨੇ। ਬਹੁਤ ਸਾਰੀਆਂ ਲਾਹੌਰ ਦੇ ਸ਼ਾਹੀ ਕਿਲੇ ਦੇ ਵਿੱਚ ਸਿੱਖ ਗੈਲਰੀ ਐਸਟੈਬਲਿਸ਼ ਕੀਤੀ ਹੈ ਔਰ ਪਿੱਛੇ ਜਿਹੀ ਜਿਹੜਾ ਈਵਨ ਉਸ ਮਿਊਜ਼ੀਅਮ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦਾ ਘੋੜੇ ਤੇ ਸਵਾਰ ਇੱਕ ਜਿਹੜਾ ਬੁੱਤ ਹੈ ਉਹ ਵੀ ਜਿਹੜਾ ਉੱਥੇ ਐਸਟੈਬਲਿਸ਼ ਇੰਗਲੈਂਡ ਦੀ ਕਿਸੇ ਸੰਸਥਾ ਨੇ ਕੋਲੈਬੋਰੇਸ਼ਨ ਦੇ ਨਾਲ ਪਾਕਿਸਤਾਨ ਦੀ ਹਕੂਮਤ ਦੇ ਕੀਤਾ। ਸੋ ਅਸੀਂ ਜਦੋਂ ਇਹ ਗੱਲਬਾਤ ਕਰ ਰਹੇ ਹਾਂ ਉਹਦੇ ਵਿੱਚ ਜ਼ਾਹਰ ਹੈ ਕਿ ਅਸੀਂ ਆਪਣੀ ਕੌਮ ਦੀ ਪੀੜ ਅੱਜ ਅਸੀਂ ਕਿਸ ਦੌਰ ਚੋਂ ਲੰਘ ਰਹੇ ਹਾਂ ਔਰ ਬਾਰ-ਬਾਰ ਜਦੋਂ ਤੁਸੀਂ ਬੀਤੇ ਦੀ ਤਾਰੀਖ ਦੇਖਦੇ ਹੋ, ਇਤਿਹਾਸ ਦੇਖਦੇ ਹੋ, ਉਸ ਚੋਂ ਫਖਰ ਦੇਖਦੇ ਹੋ ਤੇ ਤੁਸੀਂ ਆਪਣੀ ਗੁਆਚੀ ਸੋਵਰਨਿਟੀ ਦੇ ਨੈਣ ਨਕਸ਼ ਉਸ ਚੋਂ ਲੱਭ ਰਹੇ ਹੁੰਦੇ। ਸੋ ਅਸੀਂ ਇਹ ਸਮਝਦੇ ਹਾਂ ਕਿ 30 ਮਿਲੀਅਨ ਸਿੱਖ ਕੌਮ ਜਿਸ ਨੇ ਬੀਤੇ ਦੇ ਵਿੱਚ ਇੰਪੋਸੀਬਲ ਨੂੰ ਪੋਸੀਬਲ ਕਰਕੇ ਦਿਖਾਇਆ, ਉਹ ਪੀਰੀਅਡ ਜਦੋਂ ਕਿ ਸਿਰਾਂ ਦੇ ਮੁੱਲ ਸਨ, ਜੰਗਲਾਂ ਦੇ ਵਿੱਚ ਰਹਿਣਾ ਸੀ ਔਰ ਇਹ ਪਾਵਰਫੁਲ ਮਾਈਟੀ ਤਾਕਤਾਂ, ਇੱਕ ਪਾਸੇ ਦਿੱਲੀ ਦੇ ਵਿੱਚ ਮੁਗਲਿਆ ਸਲਤਨਤ, ਦੂਸਰੇ ਪਾਸੇ ਜਦੋਂ ਅਸੀਂ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਉਹਨਾਂ ਦੀ ਆਮਦ, ਫਿਰ ਪੰਜਾਬ ਅਫਗਾਨਿਸਤਾਨ ਦਾ ਸੂਬਾ ਹੈ ਕਿ ਦਿੱਲੀ ਦੇ ਨਾਲ ਹੈ, ਇਸ ਦੇ ਵਿੱਚ ਵੀ ਦੋਨੋਂ ਤਾਕਤਾਂ, ਫਿਰ ਤੀਸਰੀ ਮਰਾਠੇ ਜਿਨ੍ਹਾਂ ਨੇ ਪੰਜਾਬ ਤੇ ਅਟੈਕ ਕਰਕੇ ਇਸ ਪੰਜਾਬ ਨੂੰ ਮਰਾਠਾ ਸਲਤਨਤ ਦਾ ਹਿੱਸਾ ਬਣਾਉਣਾ ਚਾਹਿਆ, ਇਸ ਬਾਰੇ ਔਰ ਕਿਸ ਕਦਰ ਉਹਨਾਂ ਦੀ ਤਬਾਹੀ ਦੀ ਗੱਲ ਸੀ, ਕਿਵੇਂ ਉਹਨਾਂ ਨੇ ਇਹਦੇ ਬਾਰੇ ਪੰਜਾਬ ਦੇ ਵਿੱਚ ਇੱਕ ਲੋਕ ਬੋਲੀ ਹੈ, ਅਜੇ ਆਏ ਮਰਾਠੇ ਜਿਨ੍ਹਾਂ ਵਸਦਿਆਂ ਵੀ ਪੱਟੇ। ਲੇਕਿਨ ਖਾਲਸੇ ਨੇ ਇਹਨਾਂ ਤਿੰਨਾਂ ਤਾਕਤਾਂ ਚੋਂ ਮਹਿਫੂਜ਼ ਕਰਕੇ ਪੰਜਾਬ ਦੇ ਲੋਕਾਂ ਨੂੰ ਜਿਹੜੀ ਹੈ ਉਹ ਰਾਜ ਦਿੱਤਾ ਜਿੱਥੇ ਸਾਰੇ ਹੀ ਸੁਖੀ ਵਸਦੇ ਸੀ ਔਰ ਜਿਹਦੇ ਬਾਰੇ ਮੈਂ ਕਿਹਾ
ਕਿ ਸ਼ਾਹ ਮੁਹੰਮਦ ਨੇ ਕਿਹਾ ਕਿ ਭਾਈ ਤੀਸਰੀ ਕੋਈ ਜ਼ਾਤ ਨਹੀਂ ਸੀ ਆਈ, ਹਿੰਦੂ ਮੁਸਲਮਾਨ ਦੋਨੋਂ ਰਾਜ਼ੀ ਰਹਿੰਦੇ ਸੀ। ਔਰ ਅੱਜ ਵੀ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ, ਜਿੱਥੇ ਕਿ ਅੱਜ ਸਿੱਖ ਕੌਮ ਜਿਹੜੀ ਹੈ ਉਸ ਦਾ ਉਹ ਕ੍ਰੇਡਲ ਹੈ ਉਹਦੀ ਸਿਵਲਾਈਜੇਸ਼ਨ ਦਾ, ਤੇ ਅਸੀਂ ਉਸ ਰਾਜ ਦੀ ਕਾਮਨਾ ਹੀ ਕਰਦੇ ਹਾਂ ਜਿੱਥੇ ਕਿ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੀ ਡਿਸਕ੍ਰਿਮੀਨੇਸ਼ਨ ਦੇ, ਵਿਤਕਰੇ ਦੇ ਸਾਰੇ ਹੀ ਜਿਹੜਾ ਹੈ ਉਹ ਪਰਸੂਟ ਆਫ ਹੈਪੀਨੈਸ ਨੂੰ ਮਾਣ ਸਕਣ। ਔਰ ਇਹ ਸਾਡਾ ਖਾਲਿਸਤਾਨ ਜਿਹੜਾ ਪਾਕਿਸਤਾਨ ਦਾ ਨੇਬਰ ਹੋਏਗਾ, ਹਮਸਾਇਆ ਮੁਲਕ ਹੋਏਗਾ, ਅਸੀਂ ਉਹਨਾਂ ਸਾਰੇ ਹੀ ਖਿੱਤੇ ਦੇ ਲੋਕਾਂ ਦੇ ਨਾਲ ਇੱਕ ਇਸ ਕਿਸਮ ਦਾ ਤਾਵਨ, ਤਾਲਮੇਲ ਕਾਇਮ ਕਰਾਂਗੇ ਜਿਹਦੇ ਨਾਲ ਕਿ ਉਸ ਸਬ ਕੰਟੀਨੈਂਟ ਦੇ ਵਿੱਚ ਇੱਕ ਸਟੇਬਿਲਿਟੀ ਹੋਏ, ਪ੍ਰੋਸਪੈਰਿਟੀ ਹੋਏ। ਔਰ ਇਸ ਗੱਲ ਦਾ ਧਿਆਨ ਰਹੇ ਕਿ ਬਫਰ ਸਟੇਟ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਇਹ ਉਸ ਖਿੱਤੇ ਦੇ ਵਿੱਚ ਨਾ ਅਮਨ ਹੋਏਗਾ, ਨਾ ਸਟੇਬਿਲਿਟੀ ਹੋਏਗੀ, ਨਾ ਪ੍ਰੋਸਪੈਰਿਟੀ ਹੋਏਗੀ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਅਨਾਉਂਸ ਕਰਦੇ ਹਾਂ ਕਿ ਕੱਲ ਸਿੱਖ ਸੈਂਟਰ ਆਫ ਨਿਊਯਾਰਕ ਗੁਰਦੁਆਰਾ ਸਾਹਿਬ, ਜਿਹਨੂੰ 222 ਸਟਰੀਟ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ, ਕੁਈਨਸ ਵਿਲੇਜ, ਉੱਥੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਮੁਬਾਰਕ ਜਨਮ ਪ੍ਰਕਾਸ਼ ਜਿਸ ਨੂੰ ਅਸੀਂ ਕਹਿੰਦੇ ਹਾਂ 400 ਸਾਲ ਹੋ ਜਾਣੇ ਨੇ 2021 ਅਪ੍ਰੈਲ 'ਚ, ਔਰ ਉਹਨੂੰ ਸਮਰਪਿਤ ਨਿਊਯਾਰਕ ਸਟੇਟ ਅਸੈਂਬਲੀ ਨੇ ਇੱਕ ਪ੍ਰੋਕਲੇਮੇਸ਼ਨ ਦਿੱਤੀ ਹੈ ਜਿਹਦੇ 'ਚ ਡਿਫਰੈਂਟ ਅਸੈਂਬਲੀਮੈਨ ਉਹਨਾਂ ਨੇ ਇਸ ਦੇ ਉੱਤੇ ਕੰਮ ਕੀਤਾ ਹੈ। ਔਰ ਕੱਲ ਸਿੱਖ ਕੌਮ ਨੂੰ ਇਹ ਪ੍ਰੋਕਲੇਮੇਸ਼ਨ ਇਸ ਇਕੱਠ ਦੇ ਵਿੱਚ ਜਿਹੜਾ ਕਿ ਇਸ ਗੁਰਦੁਆਰਾ ਸਾਹਿਬ 'ਚ ਦੁਪਹਿਰੇ 11 ਤੋਂ 1 ਵਜੇ ਤੱਕ ਹੋਏਗਾ, ਦਿੱਤੀ ਜਾਣੀ ਹੈ। ਉਹਦੇ 'ਚ ਡਿਫਰੈਂਟ ਅਸੈਂਬਲੀਮੈਨ ਪਾਰਟਿਸਿਪੇਟ ਕਰਨਗੇ। ਅਸੈਂਬਲੀ ਤਾਂ ਕਿਉਂਕਿ ਬੰਦ ਪਈ ਹੈ ਕੋਵਿਡ-19 ਕਰਕੇ, ਉੱਥੇ ਫੰਕਸ਼ਨ ਨਹੀਂ ਹੋ ਸਕਦਾ, ਸੋ ਪਰਸਨਲੀ ਆ ਰਹੇ ਨੇ, ਉਹਦੇ 'ਚ ਅਸੀਂ ਵੀ ਪਾਰਟਿਸਿਪੇਟ ਕਰਾਂਗੇ। ਸੋ ਉਹਦੇ 'ਚ ਕਿਉਂਕਿ ਬੜਾ ਲਿਮਿਟਿਡ ਅਰੇਂਜਮੈਂਟ ਹੈ, 50 ਤੋਂ ਜ਼ਿਆਦਾ ਦੀ ਪਰਮਿਸ਼ਨ ਨਹੀਂ ਹੈ, 6-6 ਫੁੱਟ ਦਾ ਡਿਸਟੈਂਸ ਰੱਖਿਆ ਜਾਣਾ ਹੈ। ਸੋ ਫਿਰ ਵੀ ਜਿਹੜੇ ਕੋਈ ਪਾਰਟਿਸਿਪੇਟ ਕਰਨਾ ਚਾਹਣ ਉਹ ਮੋਸਟ ਵੈਲਕਮ ਨੇ। ਔਰ ਕੱਲ ਜਦੋਂ ਉਹਦੀ ਕਵਰੇਜ ਹੋ ਗਈ ਫਿਰ ਅਸੀਂ ਮੰਡੇ ਉਸ ਫੰਕਸ਼ਨ ਬਾਰੇ ਹੋਰ ਡਿਟੇਲ ਚ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ, ਔਰ ਇਹ ਆਵਾਜ਼ ਤੁਹਾਡੇ ਵਿਸ਼ਵਾਸ ਸਦਕਾ, ਪਿਆਰ ਸਦਕਾ, ਡੋਨੇਸ਼ਨ ਸਦਕਾ ਹੋ ਰਹੀ ਹੈ। ਸੋ ਵਿਊਅਰਸ, ਟੀਵੀ 84 ਜੋ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਾਂਝੀ ਵਾਲਤਾ ਦੇ ਜਿਹੜੇ ਫਲਸਫੇ ਨੂੰ ਸਾਰੀ ਦੁਨੀਆ ਵਿੱਚ ਪ੍ਰਚਾਰ ਰਿਹਾ ਹੈ, ਸੋ ਟੀਵੀ 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਉਹ ਟੀਵੀ 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਇਸ ਨੂੰ ਤੁਹਾਡੇ ਦੁਆਰਾ ਦਿੱਤੀ ਗਈ ਇੱਕ ਪਾਈ ਟੈਕਸ ਡਿਡਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ ਟੀਵੀ 84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਕਰ ਸਕਦੇ ਹੋ। ਟੀਵੀ 84 ਦੇ ਨਾਮ ਤੇ ਤੁਸੀਂ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ spot@tv84.tv। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।